ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਗੁਰ ਭਾਰੀ ਜੀਵਨੀ ਗੁਰੂ ਹਰਗੋਬਿੰਦ ਜੀ, ਭਾਗ 5ਵਾਂ, ਪੰਨਾ ਨੰਬਰ 69। ਸਿੱਖ ਇਤਿਹਾਸ ਦੀ ਪਹਿਲੀ ਜੰਗ। ਲਾਹੌਰ ਤੇ ਸਿੱਖਾਂ ਵਿਚਕਾਰ ਜੰਗ। ਰਾਜਗਰਦੀ ਉਪਰੰਤ ਰਾਜ ਪ੍ਰਬੰਧ ਤਾਂ ਥਾਂ ਸਿਰ ਆ ਗਿਆ, ਪਰ ਪੁਰਾਣੇ ਗੁੱਸਿਆਂ ਨੇ ਫਿਰ ਥਾਂ ਮੱਲ ਲਈ। ਕਾਜ਼ੀ ਰੁਸਤਮ ਖਾਂ ਅਤੇ ਚੰਦੂ ਦੇ ਪੁੱਤਰ ਨੇ ਸਭ ਤੋਂ ਪਹਿਲਾਂ ਆਪਣੇ ਹੱਕ ਮੰਗੇ। ਕਾਜ਼ੀ ਰੁਸਤਮ ਖਾਂ ਨੇ ਕੌਲਾਂ ਵਾਪਸ ਲੈਣ ਲਈ ਹੱਥ ਪੈਰ ਮਾਰਨੇ ਆਰੰਭ ਕੀਤੇ ਤੇ ਕਰਮਚੰਦ ਨੇ ਸ਼੍ਰੀ ਹਰਗੋਬਿੰਦਪੁਰ ਦੀ ਜ਼ਮੀਨ ਵਾਪਸ ਲੈਣ ਲਈ ਕੁਲੀਜ਼ ਖਾਂ ਪਾਸ ਫਰਿਆਦ ਕੀਤੀ। ਇਹ ਸਭ ਜਾਣਦੇ ਸਨ ਕਿ ਜਹਾਂਗੀਰ ਦੀ ਮੌਤ ਬਾਅਦ ਸ਼ਾਹਜਹਾਨ ਨਵੀਂ ਪਾਲਿਸੀ ਅਪਣਾ ਰਿਹਾ ਹੈ, ਜੋ ਹਰ ਸੂਰਤ ਵਿੱਚ ਗੁਰੂ ਹਰਗੋਬਿੰਦ ਜੀ ਦੇ ਵਿਰੁੱਧ ਹੋਵੇਗੀ। ਨੂਰ ਜਹਾਨ ਵੀ ਬੇਬਸ ਸੀ ਤੇ ਵਜ਼ੀਰ ਖਾਂ ਵਰਗੇ ਕਮਜ਼ੋਰ ਕਰ ਦਿੱਤੇ ਗਏ ਸਨ। ਹਰ ਉਹ ਮਨਮਾਨੀ ਕਰ ਰਿਹਾ ਸੀ ਜਿਸ ਉੱਤੇ ਪਹਿਲਾਂ ਬੰਦਸ਼ ਸੀ। ਜਿਵੇਂ ਅਕਬਰ ਪਿੱਛੋਂ ਜਹਾਂਗੀਰ ਨੇ ਧਾਰਮਿਕ ਤਵੱਸਬ ਵਿੱਚ ਅੰਨੇ ਹੋ ਗੁਰੂ ਅਰਜਨ ਜੀ ਨੂੰ ਸ਼ਹੀਦ ਕੀਤਾ ਸੀ, ਹੁਣ ਇਹ ਸੰਭਵ ਸੀ ਕਿ ਸ਼ਾਹਜਹਾਨ ਵੀ ਜਵਾਨੀ ਦੇ ਜੋਸ਼ ਵਿੱਚ ਗੁਰੂ ਹਰਗੋਬਿੰਦ ਜੀ ਉੱਤੇ ਤਕੜਾ ਹਮਲਾ ਕਰੇ, ਪਰ ਉਹ ਆਗਰੇ ਤੋਂ ਗੁਜਰਾਤ ਚਲਾ ਗਿਆ ਤੇ ਐਸਾ ਰੁੱਝ ਗਿਆ ਕਿ ਉਸ ਦਾ ਪੰਜਾਬ ਆਉਣਾ ਮੁਸ਼ਕਿਲ ਹੋ ਗਿਆ। ਪਰ ਉਸ ਦੇ ਕੱਢੇ ਫੁਰਮਾਨ ਇਸ ਗੱਲ ਦੀ ਗਵਾਹੀ ਦੇ ਰਹੇ ਸਨ ਕਿ ਪੰਜਾਬ ਵਿੱਚ ਲੋਹਾ ਖੜਕੇਗਾ। ਸ਼ਾਹਜਹਾਨ ਨੇ ਆਪਣੀ ਧਾਰਮਿਕ ਪਾਲਿਸੀ ਦਾ ਐਲਾਨ ਕਰ ਦਿੱਤਾ ਕਿ ਮੁਸਲਮਾਨ ਆਪਣਾ ਧਰਮ ਨਹੀਂ ਬਦਲ ਸਕਦਾ। ਸ਼ਾਹਜਹਾਨ ਪਾਸ ਜਦ ਇਹ ਖਬਰ ਪੁੱਜੀ ਕਿ ਕਈ ਮੁਸਲਮਾਨ ਵੀ ਗੁਰੂ ਜੀ ਦੀ ਫੌਜ ਵਿੱਚ ਹਨ ਤਾਂ ਉਸਨੇ ਸਖਤ ਗੁੱਸਾ ਕੀਤਾ। ਜਹਾਂਗੀਰ ਨੇ ਵੀ ਆਪਣੀ ਤੌਜ਼ਕ ਵਿੱਚ ਇਸ ਗੱਲ ਦਾ ਜ਼ਿਕਰ ਦੁੱਖ ਨਾਲ ਕੀਤਾ ਸੀ ਕਿ ਕਈ ਭੋਲੇ ਭਾਲੇ ਮੁਸਲਮਾਨ ਗੁਰੂ ਅਰਜਨ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋਏ ਹਨ। ਗੁਰੂ ਜੀ ਦੀ ਸ਼ਹਾਦਤ ਦੇ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਵੀ ਸੀ। ਸ਼੍ਰੀ ਰਾਮ ਸ਼ਰਮਾ ਨੇ ਲਿਖਿਆ ਹੈ ਕਿ ਸ਼ਾਹਜਹਾਨ ਨੇ ਮੁਗਲਾਂ ਦੀ ਧਾਰਮਿਕ ਨੀਤੀ ਵਿੱਚ ਇੱਕ ਹੋਰ ਮੀਲ ਪੱਥਰ ਰੱਖਿਆ। ਉਹ ਮੀਲ ਪੱਥਰ ਧਰਮ ਦੀ ਸਹਿਣਸ਼ੀਲਤਾ ਵੱਲ ਨਹੀਂ, ਸਗੋਂ ਉਲਟੀ ਕੱਟੜਤਾ ਦੀ ਦਸ਼ਾ ਵੱਲ ਸੀ। ਹਿਜਰੀ ਕੈਲੰਡਰ ਨੂੰ ਹੁਕਮਨ ਜਾਰੀ ਕਰਨਾ ਹਵਾ ਦਾ ਰੁਖ ਦੱਸਣ ਲਈ ਕਾਫੀ ਸੀ। ਕਈ ਮੰਦਰਾਂ ਨੂੰ ਤੋੜਨ ਦਾ ਹੁਕਮ ਵੀ ਦਿੱਤਾ ਗਿਆ। ਬਾਦਸ਼ਾਹ ਨਾਮਾ ਨੇ ਵੀ ਲਿਖਿਆ ਹੈ, ਇਹ ਬਾਦਸ਼ਾਹ ਹਜ਼ੂਰ ਦੇ ਧਿਆਨ ਵਿੱਚ ਲਿਆਇਆ ਗਿਆ ਹੈ ਕਿ ਮੰਦਰਾਂ ਦੀ ਉਸਾਰੀ ਨਵੇਂ ਸਿਰਿਓਂ ਪਿਛਲੇ ਰਾਜ ਜਹਾਂਗੀਰ ਵੇਲੇ ਸ਼ੁਰੂ ਕੀਤੀ ਗਈ ਸੀ, ਪਰ ਅਜੇ ਉਹ ਮੁਕੰਮਲ ਨਹੀਂ ਹੋਏ। ਉਹਨਾਂ ਨੂੰ ਕਾਫਰ ਪੂਰਾ ਕਰਨਾ ਚਾਹੁੰਦੇ ਹਨ। ਬਾਦਸ਼ਾਹ, ਜੋ ਇਸਲਾਮ ਧਰਮ ਦਾ ਮੁਹਾਫਿਜ਼ ਹੈ, ਹੁਕਮ ਦਿੰਦਾ ਹੈ ਕਿ ਬਨਾਰਸ ਵਿਖੇ ਬਣ ਰਹੇ ਮੰਦਰਾਂ ਨੂੰ ਢਾਹ ਦਿੱਤਾ ਜਾਏ। ਇਲਾਹਾਬਾਦ ਤੋਂ ਇਹ ਖਬਰ ਪੁੱਜੀ ਹੈ ਕਿ ਬਨਾਰਸ ਜ਼ਿਲ੍ਹੇ ਵਿੱਚ 73 ਦੇ ਕਰੀਬ ਮੰਦਰ ਤੋੜੇ ਗਏ ਹਨ। ਜਿਸ ਸਮੇਂ ਤਬਲੀਗ ਨਾ ਕਰਨ ਦਾ ਫੁਰਮਾਨ ਦਿੱਤਾ ਗਿਆ ਤਾਂ ਇਸ ਦਾ ਸਿੱਧਾ ਅਸਰ ਸਿੱਖੀ ਪ੍ਰਚਾਰ ਉੱਤੇ ਸੀ। ਹਿੰਦੂ ਤਾਂ ਤਬਲੀਗ ਵਿੱਚ ਯਕੀਨ ਹੀ ਨਹੀਂ ਰੱਖਦੇ ਸੀ, ਸਿਰਫ ਸਿੱਖ ਗੁਰੂ ਸਨ ਜੋ ਇਸ ਕੰਮ ਨੂੰ ਕਰ ਰਹੇ ਸਨ। ਸਿੱਖਾਂ ਨੇ ਸਗੋਂ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ। ਪੈਂਦੇ ਖਾਂ ਤੇ ਕਈ ਹੋਰ ਪਠਾਨ ਅੰਮ੍ਰਿਤਸਰ ਵਿੱਚ ਨਿਤ ਮਸ਼ਕਾਂ ਕਰਦੇ ਦਿਖਾਈ ਦਿੰਦੇ ਸਨ। ਇਹਨਾਂ ਫੁਰਮਾਨਾਂ ਦੀ ਆੜ ਵਿੱਚ ਹੀ ਲਾਹੌਰ ਦੀ ਬਾਉਲੀ ਵੀ ਤੋੜੀ ਗਈ। ਨਵੇਂ ਹੁਕਮ ਦੇ ਪੁੱਜਣ ਨਾਲ ਜ਼ਰੂਰੀ ਸੀ ਕਿ ਕੌਲਾਂ ਦਾ ਮਸਲਾ ਫਿਰ ਉਠਾਇਆ ਜਾਂਦਾ। ਜੰਗ ਦੇ ਕਾਰਨ ਉਹ ਸਭ ਘਟਨਾਵਾਂ ਸਨ ਜੋ ਪਿਛਲੇ 18 ਸਾਲਾਂ ਵਿੱਚ ਵਾਪਰੀਆਂ ਸਨ ਤੇ ਉਹਨਾਂ ਦਾ ਪ੍ਰਤੀਕਰਮ ਇਹ ਜੰਗ ਸੀ। ਦੋ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ, ਸਤਿਗੁਰ ਪ੍ਰਕਾਸ਼ ਦੁਸ਼ਟਨ ਨਹੀਂ ਭਾਵੈ। ਇੱਕ ਗੱਲ ਦਾ ਹੁਣ ਵਾਧਾ ਜ਼ਰੂਰ ਸੀ ਕਿ ਸਿੱਖਾਂ ਦੀ ਜਥੇਬੰਦੀ ਪੱਕੇ ਪੈਰਾਂ ਉੱਤੇ ਖੜੀ ਹੋ ਗਈ ਸੀ ਤੇ ਹਰ ਹੱਲੇ ਦੇ ਟਾਕਰੇ ਲਈ ਤਿਆਰ ਸੀ। ਇਤਨੀ ਭੜਕਾਹਟ ਸੀ ਕਿ ਇੱਕ ਚਿੰਗਾਰੀ ਹੀ ਜਵਾਲਾ ਬਣਾਉਣ ਲਈ ਕਾਫੀ ਸੀ। ਉਹ ਚਿੰਗਾਰੀ 1629 ਦੀ ਵਿਸਾਖੀ ਨੂੰ ਛੱਡ ਦਿੱਤੀ ਗਈ। ਸਿੱਖ ਦੂਰ ਦੂਰ ਤੋਂ ਸ਼੍ਰੀ ਅੰਮ੍ਰਿਤਸਰ ਦਰਸ਼ਨ ਨੂੰ ਆਏ ਹੋਏ ਸਨ ਤੇ ਸ਼ਿਕਾਰ ਦੇ ਸ਼ੌਂਕ ਵਿੱਚ ਸਿੱਖ ਦੂਰ ਪਰਾਂ ਵੀ ਨਿਕਲ ਜਾਂਦੇ ਸਨ। ਸਿੱਖ ਸ਼ਿਕਾਰ ਖੇਡਣ ਲਈ ਗੁਮਤਾਲੇ ਦੀ ਸੈਂਚੁਰੀ ਸ਼ਰਨ ਅਸਥਾਨ ਵਿੱਚ ਜਾ ਵੜੇ। ਉਹ ਸ਼ਾਹੀ ਹਾਕਮਾਂ ਲਈ ਰਾਖਵੀਂ ਸੀ। ਉੱਥੇ ਲਾਹੌਰ ਵੱਲੋਂ ਸ਼ਾਹੀ ਫੌਜਾਂ ਪਹਿਲਾਂ ਹੀ ਸ਼ਿਕਾਰ ਖੇਡ ਰਹੀਆਂ ਸਨ। ਸਿੱਖਾਂ ਨੇ ਡਿੱਠਾ ਕਿ ਇੱਕ ਬਾਜ ਵਾਰ-ਵਾਰ ਅਸਮਾਨ ਵਿੱਚ ਜਾਂਦਾ ਹੈ ਤੇ ਆਕਾਸ਼ ਵਿੱਚ ਤਾਰੀਆਂ ਲਗਾ ਇੱਕ ਸ਼ਿਕਾਰ ਨੂੰ ਥੱਲੇ ਜ਼ਮੀਨ ਉੱਤੇ ਸੁੱਟਦਾ ਹੈ, ਫਿਰ ਸ਼ਿਕਾਰ ਨੂੰ ਪਕੜ ਕੇ ਅਸਮਾਨ ਵਿੱਚ ਲੈ ਜਾਂਦਾ ਹੈ ਤੇ ਪਹਿਲੇ ਦੀ ਤਰ੍ਹਾਂ ਕਰਮ ਕਰਦਾ ਹੈ। ਸਿੱਖਾਂ ਨੇ ਬਾਜ ਦੇ ਸ਼ਿਕਾਰ ਨੂੰ ਇਸ ਤਰ੍ਹਾਂ ਤੜਫਾਉਣ ਨੂੰ ਸ਼ਿਕਾਰ ਦੀ ਖੇਡ ਨਾਲੋਂ ਧਿਤਕਾਰ ਦੀ ਖੇਡ ਜਾਣ ਆਪਣੇ ਵੱਲੋਂ ਬਾਜ ਛੱਡ ਦਿੱਤਾ। ਵੱਡੇ ਬਾਜ ਨੇ ਝਪਟ ਕੇ ਸ਼ਾਹੀ ਬਾਜ ਨੂੰ ਭੁੰਜੇ ਗਿਰਾ ਲਿਆ। ਸ਼ਾਹੀ ਫੌਜਾਂ ਦੇ ਸ਼ਿਕਾਰੀਆਂ ਨੇ ਆਪਣੇ ਰਾਖਵੇਂ ਅਧਿਕਾਰਾਂ ਵਿੱਚ ਦਖਲ ਜਾਣ ਕੇ ਬਾਜ ਵਾਪਸ ਕਰਨ ਲਈ ਕਿਹਾ ਅਤੇ ਸ਼ਰਨ ਅਸਥਾਨ ਵਿੱਚ ਦਾਖਲ ਹੋਣ ਕਾਰਨ ਕੁਬੋਲ ਬੋਲੇ ਤੇ ਸ਼ਾਹੀ ਅਤਾਬ ਦਾ ਡਰ ਦਿੱਤਾ। ਸਿੱਖਾਂ ਨੇ ਵੀ ਢੁਕਵੇਂ ਉੱਤਰ ਦਿੱਤੇ। ਐਸੀ ਦਸ਼ਾ ਵਿੱਚ ਬਾਜ ਵਾਪਸ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਸ਼ਾਹੀ ਫੌਜਾਂ ਨੇ ਜੰਗ ਦੀ ਧਮਕੀ ਦਿੱਤੀ।
ਸਿੱਖਾਂ ਵਿੱਚ ਇਤਨੀ ਜੁਰਤ ਭਰੀ ਜਾ ਚੁੱਕੀ ਸੀ ਕਿ ਉਹ ਹਰ ਧਮਕੀ ਦਾ ਉੱਤਰ ਦੇ ਸਕਣ। ਸ਼ਾਹੀ ਫੌਜਾਂ ਨੇ ਵਾਪਸ ਲਾਹੌਰ ਮੁੜ ਕੇ ਕੁਲੀਜ਼ ਖਾਂ ਨੂੰ ਸਭ ਹਾਲਾਤ ਸੁਣਾਏ ਤੇ ਦਲੀਲ ਦਿੱਤੀ ਕਿ ਜਿਨ੍ਹਾਂ ਅੱਜ ਬਾਜ ਨੂੰ ਹੱਥ ਪਾਇਆ ਹੈ ਉਹ ਕੱਲ੍ਹ ਤਾਜ ਨੂੰ ਹੱਥ ਪਾਉਣਗੇ। ਕੁਲੀਜ਼ ਖਾਂ ਨੇ ਬਾਦਸ਼ਾਹ ਸ਼ਾਹਜਹਾਨ ਨੂੰ ਵਧਾ ਚੜ੍ਹਾ ਕੇ ਹਾਲਾਤ ਲਿਖੇ ਤੇ ਹਮਲਾ ਕਰਨ ਦੀ ਆਗਿਆ ਮੰਗੀ। ਸ਼ਾਹਜਹਾਨ ਨੇ ਫੁਰਮਾਨ ਰਾਹੀਂ ਹਮਲਾ ਕਰਨ ਦੀ ਆਗਿਆ ਦੇ ਦਿੱਤੀ। ਸਿੱਖ ਵੀ ਕਹਿਣ ਲੱਗ ਪਏ ਸਨ, ਤਾਜ ਬਾਜ ਤੁਮਰੇ ਸਭ ਲੈਨੇ। ਇਸ ਸਿਲਸਿਲੇ ਵਿੱਚ ਦਬਿਸਤਾਨੇ ਮਜ਼ਾਹਬ ਦੇ ਸ਼ਬਦ ਗੌ ਨਾਲ ਪੜ੍ਹਨੇ ਚਾਹੀਦੇ ਹਨ। ਮੁਹਸਨ ਫਾਨੀ ਲਿਖਦਾ ਹੈ, ਗੁਰੂ ਹਰਗੋਬਿੰਦ ਜੀ ਦਾ ਸ਼ਹਿਨਸ਼ਾਹੀ ਗੁਮਾਸ਼ਤਿਆਂ ਦੀ ਫੌਜ ਅਤੇ ਸ਼ਾਹਜਹਾਨ ਦੇ ਨੌਕਰਾਂ ਨਾਲ ਜੋ ਬਾਦਸ਼ਾਹੀ ਫੁਰਮਾਨ ਅਨੁਸਾਰ ਉਸ ਦੇ ਸਿਰ ਉੱਤੇ ਗਈ ਸੀ, ਟਾਕਰਾ ਹੋ ਗਿਆ। ਗੁਰੂ ਦਾ ਘਰ-ਬਾਰ ਲੁੱਟਿਆ ਗਿਆ। ਸੋ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਹਮਲੇ ਵਿੱਚ ਸ਼ਾਹਜਹਾਨ ਦੀ ਮਰਜ਼ੀ ਨਹੀਂ ਸੀ। ਕੁਲੀਜ਼ ਖਾਂ ਦਾ ਹਾਰ ਖਾਣਾ ਸ਼ਾਹਜਹਾਨ ਨੂੰ ਇਤਨਾ ਮਾੜਾ ਲੱਗਿਆ ਸੀ ਕਿ ਉਸਨੇ ਉਸੇ ਵਕਤ ਉਸ ਨੂੰ ਹਟਾ ਕੇ ਉਸ ਦੀ ਥਾਵੇਂ ਅਨਾਇਤ ਏਜ਼ਦੀ ਨੂੰ ਥਾਪ ਦਿੱਤਾ ਸੀ। ਜੰਗ ਦੀਆਂ ਘਟਨਾਵਾਂ। ਕੁਲੀਜ਼ ਖਾਂ ਨੇ ਆਪਣੇ ਫੌਜਦਾਰ ਮੁਖਲਿਸ ਖਾਨ, ਜਿਸ ਨੂੰ ਜਫਰ ਜੰਗ ਦਾ ਖਿਤਾਬ ਵੀ ਮਿਲਿਆ ਹੋਇਆ ਸੀ, ਨੂੰ 7000 ਫੌਜ ਦੇ ਕੇ ਅੰਮ੍ਰਿਤਸਰ ਤੇ ਹੱਲਾ ਕਰਨ ਲਈ ਭੇਜਿਆ। 15 ਮਈ 1629 ਨੂੰ ਫੌਜਾਂ ਅੰਮ੍ਰਿਤਸਰ ਲਾਗੇ ਪੁੱਜ ਗਈਆਂ। ਸਤਿਗੁਰੂ ਜੀ ਵੀ ਜਾਣਦੇ ਸਨ ਕਿ ਬਾਜ ਦੀ ਘਟਨਾ ਕੋਈ ਨਾ ਕੋਈ ਰੰਗ ਜ਼ਰੂਰ ਕੱਢੇਗੀ, ਪਰ ਇਤਨੀ ਛੇਤੀ ਹਮਲੇ ਦੀ ਸੰਭਾਵਨਾ ਕੋਈ ਵੀ ਨਹੀਂ ਸੀ ਕਰਦਾ। ਫੌਜਾਂ ਦਾ ਆਉਣਾ ਸੁਣ ਕੇ ਗੁਰੂ ਹਰਗੋਬਿੰਦ ਜੀ ਨੇ ਸੈਨਾਪਤੀ ਨੂੰ ਹੁਕਮ ਦਿੱਤਾ ਕਿ ਉਹ ਦੁਸ਼ਮਣ ਨਾਲ ਅੱਗੇ ਜਾ ਕੇ ਲੋਹਾ ਲੈਣ। ਪਿਪਲੀ ਸਾਹਿਬ ਲਾਗੇ ਕੁਝ ਸਿੱਖ ਖਬਰਸਾਰ ਲੈਣ ਲਈ ਖੜੇ ਸਨ। ਫੌਜਾਂ ਦੇ ਅਗਲੇ ਦਸਤੇ ਨਾਲ ਉੱਥੇ ਹੀ ਖੰਡਾ ਖੜਕ ਪਿਆ। ਇਸ ਹਮਲੇ ਦੀ ਖਬਰ ਗੁਰੂ ਜੀ ਨੂੰ ਤਦ ਮਿਲੀ ਜਦ ਉਹ ਆਰਾਮ ਕਰ ਰਹੇ ਸਨ। ਭਾਈ ਬਿਧੀ ਚੰਦ ਨੇ ਮੋਰਚਾ ਸੰਭਾਲ ਲਿਆ ਤੇ ਆਉਂਦੀਆਂ ਫੌਜਾਂ ਨੂੰ ਵੰਗਾਰਿਆ। ਸਿੱਖਾਂ ਵਿੱਚ ਇੱਕ ਉਤਸ਼ਾਹ ਹੀ ਜਾਗ ਪਿਆ। ਉਹ ਧਰਮ ਯੁੱਧ ਕਰਕੇ ਲੜ ਰਹੇ ਸਨ। ਇਹ ਪਹਿਲੀ ਜੰਗ ਸੀ ਜੋ ਜਨਤਾ ਤੇ ਹਕੂਮਤ ਵਿਚਕਾਰ ਹੋ ਰਹੀ ਸੀ। ਰਾਜਿਆਂ ਜਾਂ ਰਿਆਸਤਾਂ ਨੇ ਤਾਂ ਕਈ ਲੜਾਈਆਂ ਲੜੀਆਂ ਸਨ, ਪਰ ਲੋਕ ਜੰਗ ਇਹ ਪਹਿਲੀ ਸੀ ਤੇ ਇਸ ਦਾ ਪ੍ਰਭਾਵ ਪੰਜਾਬ ਤੇ ਇਤਿਹਾਸ ਉੱਤੇ ਅਵੱਸ਼ ਪੈਣਾ ਸੀ। ਚਿਰਾਂ ਉਪਰੰਤ ਲੋਕੀ ਅਣਖ ਸਵੈਮਾਨ ਲਈ ਲੜ ਰਹੇ ਸਨ, ਫਿਰ ਕਿਸੇ ਧਨਿਤਾ ਜਾਂ ਧਰਤੀ ਲਈ ਨਹੀਂ, ਸਗੋਂ ਨਿਰੋਲ ਹੱਕ ਲਈ ਤੇ ਆਜ਼ਾਦੀ ਲਈ। ਸੋ ਜੋਸ਼ ਦਾ ਉੱਭਰਨਾ ਕੁਦਰਤੀ ਸੀ। ਜੰਗ ਦਾ ਹੱਲਾ ਇਤਨਾ ਅਚਾਨਕ ਸੀ, ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਤੀਜੇ ਦਿਨ ਬੀਬੀ ਵੀਰੋ ਦੀ ਸ਼ਾਦੀ ਸੀ ਤੇ ਬਰਾਤ ਅੰਮ੍ਰਿਤਸਰ ਵੱਲ ਚੱਲ ਵੀ ਪਈ ਸੀ, ਪਰ ਗੁਰੂ ਜੀ ਨੇ ਬੜੀ ਸੁਗੜਤਾ ਨਾਲ ਉਸ ਸਮੇਂ ਨੂੰ ਸੰਭਾਲਿਆ। ਸ਼ਾਹੀ ਫੌਜਾਂ ਨੂੰ ਤਕੜੀ ਰੋਕ ਪਾ ਦਿੱਤੀ। ਸੂਰਜ ਪ੍ਰਕਾਸ਼ ਵਿੱਚ ਉਸ ਟਾਕਰੇ ਬਾਰੇ ਲਿਖਿਆ ਹੈ ਕਿ ਭਾਈ ਵਾਢੀ ਕਰਨ ਵਾਲੀ ਹਲਬ ਦੀ ਸਰੋਹੀ ਚੱਲੀ। ਮਿਆਨ ਤੋਂ ਫੌਲਾਦੀ ਜੁਲੱਬੀ ਖਿੱਚੀ ਗਈ, 2 ਧਾਰੇ ਖੰਡੇ ਤੇਜ ਚਮਕੇ, ਕਟਣਹਾਰੀ ਸੈਫ ਸਫਾ ਹੋ ਕੇ ਚਮਕਣ ਲੱਗੀ। ਤਲਵਾਰ ਤੇ ਤਲਵਾਰ ਪਈ, ਟੁੱਟੀ ਤੇ ਛਣਕ ਕਰਕੇ ਆਵਾਜ਼ ਨਿਕਲੀ। ਕਈਆਂ ਦੇ ਗਲੇ ਵਿੱਚ ਸੰਜੋ ਤਲਵਾਰਾਂ ਵੱਜਣ ਕਾਰਨ ਝਨਕਾਰਾਂ ਪਾਉਣ ਲੱਗੇ। ਨੇਜੇ ਚੱਲੇ ਤੇ ਧੱਕਮ ਧੱਕੇ ਹੋਣ ਲੱਗੇ। ਸੂਰਮੇ ਖੂਨ ਵਿੱਚ ਰੰਗੇ ਹੋਏ ਇਉਂ ਪ੍ਰਤੀਤ ਹੁੰਦੇ ਸਨ ਜਿਸ ਤਰ੍ਹਾਂ ਹੋਲੀ ਦੇ ਖਿਡਾਰੀ ਰੰਗ ਖੇਡਦੇ ਹੋਣ। ਲੜਾਈ ਜੰਮ ਕੇ ਹੋ ਰਹੀ ਸੀ। ਸ਼ਾਹੀ ਫੌਜਾਂ ਦੇ ਦਸਤੇ ਦੇ ਇੰਚਾਰਜ ਸ਼ਮਸ ਖਾਂ ਦੇ ਪੈਰ ਉਖੜ ਗਏ ਤਾਂ ਮੁਖਲਿਸ ਖਾਂ ਨੇ ਅਨਵਰ ਖਾਂ ਨੂੰ ਮਦਦ ਉੱਤੇ ਭੇਜ ਦਿੱਤਾ। ਅਨਵਰ ਖਾਂ ਨੇ ਸ਼ਮਸ ਖਾਂ ਨੂੰ ਲਲਕਾਰ ਦਿੱਤੀ ਤੇ ਉਹ ਫਿਰ ਡਟ ਗਿਆ। ਭਾਈ ਭਾਨਾ ਜੀ ਵੀ ਆਪਣੇ ਦਸਤੇ ਦੀ ਮਦਦ ਲਈ ਅਗਾਂਹ ਹੋਏ ਤੇ ਗੋਲੀਆਂ ਚਲਾਈਆਂ। ਗੋਲੀ ਸ਼ਮਸ ਖਾਂ ਦੇ ਘੋੜੇ ਨੂੰ ਲੱਗੀ। ਸ਼ਮਸ ਖਾਂ ਪੈਦਲ ਹੋ ਗਿਆ ਤੇ ਭਾਈ ਭਾਨਾ ਜੀ ਨੇ ਵੀ ਘੋੜਾ ਛੱਡ ਦਿੱਤਾ। ਦੁਵੱਲੀ ਜੰਗ ਸ਼ੁਰੂ ਹੋ ਗਈ। ਸ਼ਮਸ ਖਾਂ ਨੇ ਰੋਹ ਵਿੱਚ ਵਾਰ ਕੀਤਾ ਤੇ ਭਾਈ ਜੀ ਨੇ ਢਾਲ ਤੇ ਸਹਾਰ ਕੇ ਫਿਰ ਵਾਰ ਕੀਤਾ ਤੇ ਸ਼ਮਸ ਖਾਂ ਦਾ ਸਿਰ ਵੇਲ ਨਾਲ ਲੱਗੇ ਕੱਦੂ ਦੀ ਤਰ੍ਹਾਂ ਡਿੱਗ ਕੇ ਜ਼ਮੀਨ ਉੱਤੇ ਪਿਆ। ਸ਼ਮਸ ਖਾਂ ਨੂੰ ਡਿੱਗਦਾ ਵੇਖ ਸ਼ਾਹੀ ਫੌਜਾਂ ਨੇ ਭਾਈ ਭਾਨਾ ਨੂੰ ਘੇਰ ਲਿਆ ਤੇ ਗੋਲੀਆਂ ਦਾ ਨਿਸ਼ਾਨਾ ਬਣਾ ਉੱਥੇ ਹੀ ਢੇਰੀ ਕਰ ਦਿੱਤਾ। ਪਿਪਲੀ ਸਾਹਿਬ ਲਾਗੇ ਉਹਨਾਂ ਦਾ ਸਰੀਰ ਡਿੱਗਾ। ਜੰਗ ਵਿੱਚ ਸ਼ਹੀਦ ਹੋਣ ਵਾਲਿਆਂ ਵਿੱਚ ਉਹ ਪਹਿਲੇ ਸ਼ਹੀਦ ਸਨ। ਮੁਖਲਿਸ ਖਾਂ ਨੇ ਸ਼ਮਸ ਖਾਂ ਬਾਅਦ ਸੈਯਦ ਮੁਹੰਮਦ ਅਲੀ ਨੂੰ ਟਾਕਰੇ ਲਈ ਭੇਜਿਆ ਤੇ ਇੱਧਰੋਂ ਸਿੱਖ ਫੌਜ ਦੀ ਕਮਾਨ ਭਾਈ ਸਿੰਘਾ ਜੀ ਨੇ ਸੰਭਾਲ ਲਈ। ਮੁਹੰਮਦ ਅਲੀ ਦੇ ਨਾਲ ਸੱਜੇ ਖੱਬੇ ਤਾਹਰ ਬੇਗ ਤੇ ਕਾਲੇ ਖਾਂ ਵੀ ਭੇਜ ਦਿੱਤੇ ਗਏ। ਇੱਧਰੋਂ ਸਿੰਘਾ ਜੀ ਤੇ ਭਾਈ ਨਿਹਾਲੂ, ਭਾਈ ਤੋਤਾ, ਭਾਈ ਤਿਲੋਕਾ, ਅਨੰਤਾ ਡਟ ਕੇ ਟਾਕਰਾ ਕਰ ਰਹੇ ਸਨ ਤੇ ਫੌਜਾਂ ਨੂੰ ਹਰਿਮੰਦਰ ਸਾਹਿਬ ਵੱਲ ਵਧਣ ਤੋਂ ਰੋਕ ਰਹੇ ਸਨ। ਮੁਹੰਮਦ ਅਲੀ ਨੇ ਨਿਸ਼ਾਨਾ ਰੱਖ ਗੋਲੀ ਦਾ ਵਾਰ ਭਾਈ ਸਿੰਘਾ ਉੱਤੇ ਕੀਤਾ।
ਭਾਈ ਸਾਹਿਬ घायल होकर डिग पए। मुहम्मद अली ने एक होर गोली चलाई पर भाई साहिब निशाना बचा गए। संभल के उठे ते तीर कमान नाल मुहम्मद अली नूं थां ही डेग लिया। भाई ਸਿੰਘਾ जी भी शहीद हो गए ते कमान पैंदे खां ने संभाल लई। पैंदे खां अपने दोस्त नाल इस तरह जुतिया जिवें शेर बकरियां नूं चीरदा है। गुरु हरगोबिंद जी पिछे सारे प्रबंध कर किला गोबिंदगढ़ पुज गए। गुरु जी दा किले विच आउणा सुण के मुखलिस खां ने किले दी दीवार उत्ते भरपूर हमला कर दिता। गुरु जी ने टाकरा करन लई सुक्के होए दरख्त नूं जिस विच खोड़ सी तोप बनाउण लई आग्या कीती। खेम करन दे मोरी नां दे तरखान ने गुरु आग्या नाल पत्थर तोप बना दित्ती। पत्थरां दी अंदरों बारिश होण लगी ते मुखलिस खां दीयां फौजां दे पैर उखड़न लगे। एक दस्ता मुखलिस खां ने शहर वल भेज दिता ताकि विवेकसर वल्लों हल्ला बोलिया जाए। मुखलिस खां ने दिन ढलदा देख सारियां फौजां नूं एक वारगी हमला करन दी विਉਂਤ बना लई। गुरु हरगोबिंद जी किले विचों तीर चला रहे सन ते दुश्मन दीयां फौजां नूं हटा पिछे भेज रहे सन, पर इकट्ठी फौज ने एक वारी तां घबराहट फैला दित्ती। पैंदे खां पिपली साहिब सी ते सब फौजां नूं किले वल जांदा देख इस सोच विच पै गया कि किधरे गुरु जी घिर ही ना जाण। सो ਉਹ आप भाई बिधि चंद ते ਸਿੰਘਾਂ ਦੇ पुत्तर जतीमल समेत अगे वधिया ते किले दे हेठां फौजां नूं रोक लिया। भाई नंदा, पिरागा, भीमा ते भीखण ने दुश्मन दीयां कतारां विच तरेड़ा पा दित्तियां। फौज विच घुस जाण करके अपने पराए दी तमीज़ ही मुक गई। राह बनदा देख एक होर सिखां दा जथा भाई अमीरा, भाई जैता, भाई तोता, भाई कृष्ण दास, भाई गोपाल, भाई तख्तू, भाई मेहता, भाई बाबक पहले जत्थे नाल जा रले। मुखलिस खां ने तरेड़ पैंदी देख के अली बेग, बहादुर खान, दीदार अली, इस्माइल खान, मेहर अली दे दस्तियां नूं किले दी दीवार वल भेज दिता। मुखलिस खां दीयां फौजां कोल जंगी हथियार सन, पर सिखां पास गुरु विश्वास ते निरोल जोश सी ते अमृतसर दी रखिया दा भार सी। मुगल फौजां जान बचा के लड़दियां सन ते सिख जान हूल के लड़दे सन। इसे दौरान भाई तोता, भाई निहाला, अनंता ते तिलोका शहीदियां पा गए, पर शहीद हुंदे होए बहादुर खां ते अली बेग दे दस्तियां नूं पिछे धकेल गए। मुखलिस खां डिगदे साथियां, मरदे फौजियां ते घटदे दस्तियां नूं देख हैरान हो रहा सी, पर वंगारा नाल नाल पाई जांदा सी। उस वंगार पाई, गाजियो तुसी सूरमियां दी औलाद हो ते उधर फकीरां दा टोला है, सो एक तकड़ा हल्ला बोलो। करीम बेग, जंग बेग ते सलामत खां ने हल्ला बोलिया। वह किले दी इक दीवार गिराउण विच कामयाब हो गए। दीवार डिगदी देख गुरु जी ने प्रोहत सिंह, बाबक रबाबी, जमाल खां ते भाई भाग नूं हुक्म किया कि गुरु लहाम दे अस्थान जाण ते उत्थे उन्हां नूं आखण कि वह झुबाल नूं चल पैण। जंज वल भी आदमी भेज दिता कि वल्ले पिंड जाके कह आउण कि जंज सिद्धी झुबाल ही पुजे। रात पै जाण करके जंग रुक गई सी। सिखां ने रात भर विच दीवार दी उसारी कीती ते अगले दिन दा प्रोग्राम बनाउण लगे। जंग दी खबर इलाके विच फैल गई ते कैबोवाल दे सब जवान जो हत्थ विच आया लै अमृतसर वल चल पए। उधर मुखलिस खां दी मदद उत्ते लाहौर तो कलंदर खां दुरानी ते बहादुर खां पुज गए। मुखलिस खां आप छेती लड़ाई तो पल्ला छुड़ाउणा चाहुंदे सी। उसने गुरु हरगोबिंद जी नूं ईन मनवा के छड्ड जाण दी सोची ते इसे प्रकार दी एक चिट्ठी लिखी। उस लिखिया, फकीर हुंदियां तुहानूं लड़ाई नहीं सोभदी, सो भला इस विच है कि पिछली ते पछताओ ते अगाह लई बच के टुरो। गुरु जी ने लिखिया, यह ठीक है कि असी फकीर हाँ, मल्लां नहीं मारनियां, पर किसे नूं अणखां भी नहीं रोलन देणियां। अगला दिन चढ़दियां ही नगारियां उत्ते चोट वजी ते जंग दा बिगल वज गया। पैंदे खां ने ही कमान संभाली हुई सी ते गुरु जी आप किले तो बाहर आ फौजा दा हौसला वधा रहे सन। मुखलिस खां ने गुरु जी नूं अगे वधदा वेख वंगारिया। जती मल ते बिधि चंद डट के लड़ रहे सन। बिधि चंद ने सुल्तान बेग नूं जा लिया। सुल्तान बेग ने नेज़ा मारिया, पर बिधि चंद जी बचा गए। जद भाई जी ने भरमा वार किया तां ओह पिठ दिखा गया। बिधि चंद जी ने भजदे नूं वंगारिया ते उस मुड़ के टाकरा किया ते कीते वार नूं सहार गया। पर बिधि चंद ने उस समय ऐसा तीर चलाया कि उसकी छाती विच लगा ते ओह उत्थे ही डिग पिया। पैंदे खां ने मुखलिस खां दे साथी दीदार अली नूं मार मुकाया। मुखलिस खां तां निरोल गुरु हरगोबिंद जी नूं निशाना बनाउणा चाहुंदा सी।
ਸੋ ਉਸਨੇ ਗੁਰੂ ਜੀ ਨੂੰ ਸਿੱਧੀ ਦੁਵੱਲੀ ਲੜਾਈ ਲਈ ਵੰਗਾਰਿਆ। ਰਿਵਾਜ ਅਨੁਸਾਰ ਫੌਜਾਂ ਪਿੱਛੇ ਹਟ ਗਈਆਂ ਤੇ ਮੁਖਲਿਸ ਖਾਂ ਤੇ ਗੁਰੂ ਹਰਗੋਬਿੰਦ ਜੀ ਪਿੜ ਵਿਚਕਾਰ ਆ ਗਏ। ਗੁਰੂ ਜੀ ਦੇ ਪਹਿਲੇ ਵਾਰ ਨਾਲ ਹੀ ਤੀਰ ਮੁਖਲਿਸ ਖਾਂ ਦੇ ਘੋੜੇ ਵਿੱਚੋਂ ਪਾਰ ਹੋ ਗਿਆ। ਜਦ ਮੁਖਲਿਸ ਖਾਂ ਦਾ ਘੋੜਾ ਡਿੱਗਾ ਤਾਂ ਗੁਰੂ ਜੀ ਨੇ ਵੀ ਆਪਣਾ ਘੋੜਾ ਛੱਡ ਦਿੱਤਾ ਅਤੇ ਤਲਵਾਰਾਂ ਢਾਲ ਦੀ ਲੜਾਈ ਲਈ ਕਿਹਾ। ਮੁਖਲਿਸ ਖਾਂ ਦੇ ਪਹਿਲੇ ਵਾਰ ਨੂੰ ਗੁਰੂ ਜੀ ਪੈਂਤਰਾ ਬਦਲ ਕੇ ਬਚਾ ਗਏ। ਮੁਸਕਰਾ ਕੇ ਗੁਰੂ ਜੀ ਨੇ ਕਿਹਾ, ਇੱਕ ਹੋਰ। ਉਸਨੇ ਕ੍ਰੋਧ ਵਿੱਚ ਤਿੱਖਾ ਵਾਰ ਕੀਤਾ ਤੇ ਗੁਰੂ ਜੀ ਨੇ ਢਾਲ ਉੱਤੇ ਰੋਕ ਕੇ ਮੁੜਦੇ ਵਾਰ ਲਈ ਵੰਗਾਰਿਆ। ਗੁਰੂ ਜੀ ਨੇ ਖੰਡਾ ਇਤਨੇ ਜ਼ੋਰ ਦੀ ਚਲਾਇਆ ਕਿ ਉਹ ਢਾਲ ਨੂੰ ਚੀਰ ਸਿਰ ਨੂੰ ਪਾਰ ਕਰਕੇ ਧੜ ਨੂੰ 2 ਫਾੜ ਕਰ ਗਿਆ। ਮੁਖਲਿਸ ਖਾਂ ਦਾ ਡਿੱਗਣਾ ਸੀ ਕਿ ਫੌਜਾਂ ਭੱਜ ਉੱਠੀਆਂ। ਸਿੱਖ ਫੌਜਾਂ ਨੇ ਕੁਝ ਚਿਰ ਪਿੱਛਾ ਕੀਤਾ ਪਰ ਗੁਰੂ ਜੀ ਨੇ ਰੋਕ ਕੇ ਕਿਹਾ, ਭੱਜਦਿਆਂ ਦੇ ਪਿੱਛੇ ਨਹੀਂ ਜਾਣਾ। ਗੁਰੂ ਜੀ ਜੰਗ ਦੇ ਮੈਦਾਨ ਵਿੱਚੋਂ ਲੋਹਗੜ੍ਹ ਪੁੱਜੇ। ਉੱਥੇ 14 ਸਿੱਖਾਂ ਨੇ ਮੁਗਲਾਂ ਦੀ ਫੌਜ ਦੇ 2 ਦਸਤਿਆਂ ਨੂੰ ਰੋਕਿਆ ਹੋਇਆ ਸੀ। ਗੁਰੂ ਜੀ ਦੇ ਸਿੱਖਾਂ ਨੂੰ ਜਿੱਤ ਦੇ ਨਗਾਰੇ ਵਜਾਉਂਦੇ ਦੇਖ ਮੁਗਲ ਫੌਜ ਨੱਸ ਗਈ। ਕਿਲੇ ਅੰਦਰ ਗੁਰੂ ਜੀ ਨੇ ਜਾ ਕੇ ਡਿੱਠਾ ਕਿ ਭਾਈ ਮੋਹਨ ਤੇ ਗੋਪਾਲਾ ਜੀ ਆਖਰੀ ਸਾਹ ਲੈ ਰਹੇ ਸਨ। ਗੁਰੂ ਜੀ ਉਹਨਾਂ ਕੋਲ ਗਏ ਤੇ ਲਹੂ ਆਪਣੇ ਰੁਮਾਲੇ ਨਾਲ ਪੂੰਝਿਆ। ਜਦ ਕੁਝ ਮੰਗਣ ਲਈ ਕਿਹਾ ਤਾਂ ਉਹਨਾਂ ਸੂਰਮਿਆਂ ਨੇ ਸਿਰਫ ਇਤਨੀ ਇੱਛਾ ਪ੍ਰਗਟ ਕੀਤੀ ਕਿ ਪ੍ਰਾਣ ਗੁਰੂ ਦੇ ਚਰਨਾਂ ਵਿੱਚ ਹੀ ਨਿਕਲਣ, ਹੋਰ ਕਿਸੇ ਵਸਤੂ ਦੀ ਲੋੜ ਨਹੀਂ। ਪ੍ਰਾਣ ਅੰਤ ਜਬ ਹੋਏ ਹਮਾਰੇ, ਤਬ ਸਤਿਗੁਰ ਨਿਜ ਨਿਕਟ ਨਿਹਾਰੇ। ਗੁਰੂ ਹਰਗੋਬਿੰਦ ਜੀ ਨੇ ਸਭ ਸ਼ਹੀਦ ਸਿੱਖਾਂ ਨੂੰ ਇਕੱਠਾ ਕਰਕੇ ਸੰਸਕਾਰ ਕੀਤਾ। ਸਿੱਖ ਇਤਿਹਾਸ ਨੇ ਉਹਨਾਂ ਸ਼ਹੀਦਾਂ ਦੀ ਗਿਣਤੀ 13 ਅਤੇ ਪਾਵਨ ਨਾਮ ਇਹ ਲਿਖੇ ਹਨ: ਭਾਈ ਨੰਦ ਜੀ, ਭਾਈ ਜੈਤ ਜੀ, ਭਾਈ ਪਿਰਾਨਾ, ਭਾਈ ਤੋਤਾ, ਭਾਈ ਤਿਲੋਕਾ, ਭਾਈ ਸਾਈਂਦਾਸ, ਭਾਈ ਪੈੜਾ, ਭਾਈ ਭਗਤੂ, ਭਾਈ ਅਨੰਤਾ, ਭਾਈ ਨਿਹਾਲਾ, ਭਾਈ ਤਖਤੂ, ਭਾਈ ਮੋਹਨ ਅਤੇ ਭਾਈ ਗੋਪਾਲ ਜੀ। ਗੁਰਬਿਲਾਸ ਪਾਤਸ਼ਾਹੀ 6ਵੀਂ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਜੀ ਨੇ ਹਰ ਇੱਕ ਸ਼ਹੀਦ ਨੂੰ ਆਦਰ ਦੇ ਹੱਥੀਂ ਸੰਸਕਾਰ ਕੀਤਾ। ਸਭ ਦੀ ਯਾਦ ਵਿੱਚ ਸੰਗਰਾਣਾ ਸਾਹਿਬ ਦਾ ਸਥਾਨ ਵੀ ਬਣਾਇਆ। ਇਹ ਸਭ ਕਿਰਿਆ ਕਰਦਿਆਂ ਚੌਖੀ ਰਾਤ ਪੈ ਗਈ। ਗੁਰੂ ਜੀ ਦਾ ਝੁਬਾਲ ਪੁੱਜਣਾ ਜ਼ਰੂਰੀ ਸੀ ਕਿਉਂਕਿ ਜੰਝ ਪੁੱਜ ਗਈ ਸੀ ਤੇ ਦੂਜੇ ਦਿਨ ਸਵੇਰੇ ਬੀਬੀ ਵੀਰੋ ਦਾ ਆਨੰਦ ਕਾਰਜ ਹੋਣਾ ਸੀ। ਝੁਬਾਲ ਵਿਖੇ ਸਵਾ ਪਹਿਰ ਰਹਿੰਦੀ ਰਾਤ ਨੂੰ ਸਤਿਗੁਰੂ ਜੀ ਝੁਬਾਲ ਅੱਪੜੇ। ਅੰਮ੍ਰਿਤ ਵੇਲੇ ਬੀਬੀ ਵੀਰੋ ਦਾ ਆਨੰਦ ਕਾਰਜ ਕੀਤਾ। ਸਵੇਰ ਚੜ੍ਹਦਿਆਂ ਹੀ ਡੋਲੀ ਤੋਰ ਦਿੱਤੀ ਗਈ। ਸਿੱਖਿਆ ਵਜੋਂ ਮਾਤਾ ਦਮੋਦਰਾ ਨੇ ਕਿਹਾ, ਕੁਲ ਕੀ ਬਾਤ ਚਿਰ ਮੇਂ ਧਰਨੀ, ਖੋਟੀ ਸੰਗਤ ਨਹੀਂ ਸੋ ਕਰਨੀ, ਪਰਾਤੇ ਉੱਠ ਕਰ ਮਜਨ ਕਰਿਓ, ਗੁਰਬਾਣੀ ਕੋ ਮੁਖਤੇ ਰਹੀਓ। ਪੁਨਾ ਕਰ ਵਿਵਹਾਰ ਜੋ ਹੋਈ, ਭਲੇ ਸੰਭਾਲੋ ਨੀਕੇ ਸੋਈ। ਆਪ ਜੀ ਵੀ ਸਣੇ ਪਰਿਵਾਰ ਗੋਇੰਦਵਾਲ ਵੱਲ ਚੱਲ ਗਏ। ਅੱਜ ਵੀ ਉਸ ਦਿਨ ਵਾਂਗ ਦੋਹਾਂ ਲਾਵਾਂ ਦਾ ਪਾਠ ਕਰਕੇ ਝੁਬਾਲ ਵਿਖੇ ਇਸ ਕਾਰਜ ਦੀ ਯਾਦਗਾਰ ਮਨਾਈ ਜਾਂਦੀ ਹੈ। ਸਿੱਖ ਇਤਿਹਾਸ ਦਾ ਇਹ ਪਹਿਲਾ ਆਨੰਦ ਕਾਰਜ ਕਿਹਾ ਜਾ ਸਕਦਾ ਹੈ। ਇਹ ਆਨੰਦ ਕਾਰਜ ਚੌਧਰੀ ਲੰਘਾ ਨੇ ਆਪਣੇ ਮਹੱਲਾਂ ਵਿੱਚ ਕਰਵਾਇਆ ਸੀ। ਉੱਥੇ ਅੱਜ ਕੱਲ੍ਹ ਗੁਰਦੁਆਰਾ ਹੈ। ਚੌਧਰੀ ਲੰਘਾ ਨਾਲ ਬਾਅਦ ਵਿੱਚ ਕੀ ਬੀਤੀ ਇਸ ਬਾਰੇ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿਉਂਕਿ ਛੇਤੀ ਹੀ ਚੌਧਰੀ ਲੰਘਾ ਅਕਾਲ ਚਲਾਣਾ ਕਰ ਗਏ, ਪਰ ਉਸ ਮਰਦ ਨੇ ਸਿੱਖੀ ਨਿਭਾ ਦੱਸੀ। ਜੰਗ ਦੇ ਸਿੱਟੇ। ਇਸ ਜੰਗ ਦਾ ਪ੍ਰਭਾਵ ਸਾਰੇ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਇਤਿਹਾਸ ਤੇ ਪੈਣਾ ਅਵੱਸ਼ ਸੀ ਤੇ ਪਿਆ। ਲੋਕਾਂ ਉੱਤੇ ਇਹ ਗੱਲ ਪ੍ਰਗਟ ਹੋ ਗਈ ਕਿ ਹੁਣ ਚੁੱਪ ਕੱਟੀ ਨਹੀਂ ਕੀਤੀ ਜਾਵੇਗੀ, ਸਗੋਂ ਦੋਖੀਆਂ ਨੂੰ ਸਜ਼ਾਵਾਂ ਮਿਲਣਗੀਆਂ। ਲਾਹੌਰ ਦੇ ਹਾਕਮਾਂ ਨੂੰ ਇਹ ਪਤਾ ਲੱਗ ਗਿਆ ਕਿ ਗੁਰੂ ਕਮਜ਼ੋਰ ਨਹੀਂ। ਲਾਹੌਰ ਵਿੱਚ ਗੁਰੂ ਘਰ ਦੇ ਸ਼ਰਧਾਲੂ ਮੁਸਲਮਾਨਾਂ ਨੇ ਇਹ ਗੱਲ ਸ਼ਾਹਜਹਾਨ ਤੱਕ ਵੀ ਪਹੁੰਚਾ ਦਿੱਤੀ ਕਿ ਮੁਖਲਿਸ ਖਾਂ ਨੇ ਠੀਕ ਨਹੀਂ ਕੀਤਾ। ਗੁਰੂ ਹਰਗੋਬਿੰਦ ਤਾਂ ਇਹ ਜੰਗ ਬਿਲਕੁਲ ਹੀ ਨਹੀਂ ਚਾਹੁੰਦੇ ਸਨ। ਇਸ ਦਾ ਪ੍ਰਗਟਾਵਾ ਇਸ ਗੱਲੋਂ ਮਿਲਦਾ ਹੈ ਕਿ ਉਹ ਆਪਣੀ ਲੜਕੀ ਦੇ ਵਿਆਹ ਵਿੱਚ ਰੁੱਝੇ ਹੋਏ ਸਨ ਤੇ ਤੀਜੇ ਦਿਨ ਬਰਾਤ ਆਉਣ ਵਾਲੀ ਸੀ, ਪਰ ਇਹ ਹਾਰ ਹਕੂਮਤ ਦੇ ਕਰਮਚਾਰੀ ਆਸਾਨੀ ਨਾਲ ਹਜਮ ਨਹੀਂ ਸਨ ਕਰ ਸਕਦੇ। ਇਹ ਹਾਰ ਉਹਨਾਂ ਦੇ ਸਨਮਾਨ ਉੱਤੇ ਭਾਰੀ ਸੱਟ ਸੀ, ਸੋ ਇਹ ਪੂਰਾ ਖਿਆਲ ਸੀ ਇਸ ਤਰ੍ਹਾਂ ਦੀਆਂ ਕਈ ਲੜਾਈਆਂ ਹੋਣਗੀਆਂ। ਸਿਰਫ ਇਤਨਾ ਹੀ ਚੰਗੇਰਾ ਸੀ ਕਿ ਆਸਫ ਖਾਂ ਆਗਰੇ ਸੀ ਤੇ ਹੋਰ ਕੋਈ ਲਾਹੌਰ ਤੋਂ ਅਗਲੀ ਜ਼ਿੰਮੇਦਾਰੀ ਲੈਣ ਲਈ ਤਿਆਰ ਨਹੀਂ ਸੀ। ਲਤੀਫ ਨੇ ਠੀਕ ਲਿਖਿਆ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਮੁਗਲਾਂ ਤੇ ਸਿੱਖਾਂ ਵਿਚਕਾਰ ਇਹ ਜੰਗਾਂ ਦਾ ਆਗਾਜ਼ ਸੀ। ਇਸ ਉਪਰੰਤ ਈਰਖਾ ਤੇ ਝਗੜੇ ਦਾ ਆਰੰਭ ਹੋ ਗਿਆ। ਆਸਫ ਖਾਂ ਨੂੰ ਜਦ ਸਾਰੀ ਗੱਲਬਾਤ ਦਾ ਪਤਾ ਲੱਗਾ ਤਾਂ ਉਸਨੇ ਕੁਲੀਜ਼ ਖਾਂ ਨੂੰ ਹਟਾ ਦਿੱਤਾ ਤੇ ਉਸ ਦੀ ਥਾਂ ਅਨਾਇਤ ਉੱਲਾ ਏਜ਼ਦੀ ਨੂੰ ਪੰਜਾਬ ਦਾ ਗਵਰਨਰ ਥਾਪਿਆ।
ਸ਼ਾਹਜਹਾਨ ਆਪ ਪੰਜਾਬ ਆ ਨਹੀਂ ਸੀ ਸਕਦਾ, ਸੋ ਉਸਨੇ ਆਸਫ ਖਾਨ ਦੇ ਪ੍ਰਬੰਧ ਦੀ ਹਮਾਇਤ ਕੀਤੀ ਤੇ ਮਨਜ਼ੂਰੀ ਦਿੱਤੀ। ਸ਼ਾਹਜਹਾਨ ਨੇ ਸਿੱਖਾਂ ਪ੍ਰਤੀ ਆਪਣੀ ਪਾਲਿਸੀ ਦਾ ਵੀ ਐਲਾਨ ਕੀਤਾ, ਜਿਸ ਤੋਂ ਪ੍ਰਗਟ ਸੀ ਕਿ ਹੁਣ ਟਾਕਰੇ ਹੋਰ ਹੋਣਗੇ। ਕੋਈ ਮੁਸਲਮਾਨ ਆਪਣਾ ਧਰਮ ਤਬਦੀਲ ਨਹੀਂ ਕਰ ਸਕਦਾ। ਸ਼ਾਹਜਹਾਨ ਦਾ ਫਰਮਾਨ ਹੋ ਚੁੱਕਾ ਸੀ। ਹੁਣ ਉਸਨੇ ਇਹ ਵੀ ਫਰਮਾਨ ਕਰ ਦਿੱਤਾ ਕਿ ਮੁਸਲਮਾਨਾਂ ਤੋਂ ਇਲਾਵਾ ਕੋਈ ਤਬਲੀਗ ਨਹੀਂ ਕਰ ਸਕਦਾ। ਜਹਾਂਗੀਰ ਨੇ ਆਪਣੀ ਤੁਜ਼ਕ ਵਿੱਚ ਇਸੇ ਗੱਲ ਦਾ ਗੁੱਸਾ ਪ੍ਰਗਟ ਕੀਤਾ ਸੀ ਕਿ ਭੋਲੇ ਭਾਲੇ ਮੁਸਲਮਾਨ ਗੁਰੂ ਅਰਜਨ ਦੇ ਪ੍ਰਚਾਰ ਦਾ ਪ੍ਰਭਾਵ ਕਬੂਲ ਕਰ ਰਹੇ ਸਨ। ਇਸ ਜੰਗ ਨੇ ਮੁਗਲ ਹਕੂਮਤ ਨੂੰ ਸਿੱਖਾਂ ਲਈ ਕਰੜਾ ਤੇ ਤਿੱਖਾ ਕਰ ਦਿੱਤਾ। ਗੁਰੂ ਹਰਗੋਬਿੰਦ ਜੀ ਨੇ ਇਹ ਠੀਕ ਜਾਣਿਆ ਕਿ ਕੁਝ ਚਿਰ ਲਈ ਅੰਮ੍ਰਿਤਸਰ ਤੋਂ ਦੂਰ ਚਲੇ ਜਾਇਆ ਜਾਏ ਤਾਂ ਕਿ ਨਵੀਂ ਪਾਲਿਸੀ ਦੇ ਪ੍ਰਭਾਵ ਤੇ ਜੰਗ ਦੇ ਅਸਰਾਂ ਦਾ ਪਤਾ ਲੱਗ ਸਕੇ। ਦੂਜੀ ਕਰਾਰੀ ਜੰਗ, ਕਰਤਾਰਪੁਰ ਟਿਕਾਣੇ। ਗੁਰੂ ਹਰਗੋਬਿੰਦ ਜੀ ਝੁਬਾਲ ਤੋਂ ਤਰਨਤਾਰਨ ਤੇ ਫਿਰ ਗੋਇੰਦਵਾਲ ਜਾ ਟਿਕੇ। ਗੋਇੰਦਵਾਲ ਰੋਜ਼ ਦੀਵਾਨ ਹੋਣ ਲੱਗੇ ਤੇ ਸੰਗਤਾਂ ਗੁਰੂ ਜੀ ਦੀ ਜੰਗ ਵਿੱਚ ਜਿੱਤ ਦਾ ਸੁਣ ਬਹੁਤ ਖੁਸ਼ ਹੋਈਆਂ ਤੇ ਕਈਆਂ ਨੇ ਉੱਥੇ ਹੀ ਜਵਾਨੀਆਂ ਭੇਟ ਕੀਤੀਆਂ। ਗੁਰੂ ਅਮਰਦਾਸ ਜੀ ਦੀ ਸੰਤਾਨ ਨੇ ਵੀ ਆਦਰ ਸਨਮਾਨ ਦਿੱਤਾ ਤੇ ਉੱਥੇ ਟਿਕਣ ਲਈ ਕਿਹਾ। ਗੁਰੂ ਜੀ ਨੇ ਫਰਮਾਇਆ, ਯੁੱਧ ਦਾ ਸਮਾਂ ਆ ਗਿਆ ਹੈ ਤੇ ਇੱਥੇ ਟਿਕਣਾ ਠੀਕ ਨਹੀਂ। ਗੁਰੂ ਅਸਥਾਨਾਂ ਦੀ ਸੰਭਾਲ ਤੁਸੀਂ ਕਰ ਰਹੇ ਹੋ, ਇਹ ਹੀ ਠੀਕ ਹੈ। ਗੋਇੰਦਵਾਲ ਤੋਂ ਸਿੱਧੇ ਕਰਤਾਰਪੁਰ ਪੁੱਜਦੇ ਸਾਰ ਹੀ ਬੀਬੀ ਕੌਲਾਂ ਚੜ੍ਹਾਈ ਕਰ ਗਈ। ਸਤਿਗੁਰੂ ਜੀ ਨੇ ਆਪਣੇ ਸਾਹਮਣੇ ਸੰਸਕਾਰ ਕਰਵਾਇਆ ਤੇ ਭਾਈ ਗੁਰਦਾਸ ਜੀ ਨੇ ਅਗਨ ਭੇਟ ਕੀਤੀ। ਬੀਬੀ ਕੌਲਾਂ ਦਾ ਅੰਗੀਠਾ ਗੁਰੂ ਜੀ ਨੇ ਆਪਣੇ ਬਗੀਚੇ ਵਿੱਚ ਹੀ ਕਰਵਾਇਆ। ਸੰਗਤਾਂ ਨੇ ਕਈ ਦਿਨ ਕੀਰਤਨ ਕਰ ਉਸ ਦੀ ਯਾਦ ਮਨਾਈ। ਕਰਤਾਰਪੁਰ ਵਿੱਚ ਫਿਰ ਉਸੇ ਤਰ੍ਹਾਂ ਸ਼ਿਕਾਰ ਤੇ ਜੰਗੀ ਖੇਡਾਂ ਦਾ ਆਰੰਭ ਹੋ ਗਿਆ। ਉਸ ਇਲਾਕੇ ਵਿੱਚ ਜੰਗਲੀ ਸ਼ੇਰ, ਚੀਤੇ, ਬਘਿਆੜ ਵੱਸੋਂ ਨੂੰ ਤੰਗ ਕਰਦੇ ਸਨ। ਗੁਰੂ ਜੀ ਨੇ ਨਿਤ ਸ਼ਿਕਾਰ ਕਰਨ ਨਾਲ ਵੱਸੋਂ ਨੂੰ ਸੁੱਖ ਦਾ ਸਾਹ ਆਇਆ। ਭਾਵੇਂ ਸ਼ਾਹਜਹਾਨ ਵੱਲੋਂ ਇਹ ਫਰਮਾਨ ਹੋ ਚੁੱਕਾ ਸੀ ਕਿ ਕੋਈ ਮੁਸਲਮਾਨ ਸਿੱਖੀ ਦਾਇਰੇ ਵਿੱਚ ਨਹੀਂ ਜਾ ਸਕਦਾ, ਪਰ ਕਈ ਪਠਾਨ ਗੁਰੂ ਘਰੋਂ ਬਰਕਤਾਂ ਲੈਣ ਆਉਂਦੇ ਰਹੇ। ਉਹਨਾਂ ਪਠਾਨਾਂ ਵਿੱਚੋਂ ਇੱਕ ਉੱਘਾ ਪਠਾਨ ਅਮੀਰ ਦੋਸਤ ਸੀ। ਅਮੀਰ ਦੋਸਤ ਨੇ ਸਿੱਖ ਮੱਤ ਲਈ ਤੇ ਗੁਰੂ ਜੀ ਨੇ ਨਿੱਜ ਸਿੱਖ ਕਰਕੇ ਸਿੱਖਿਆ ਦਈ। ਪੈਂਦੇ ਖਾਂ ਦੀ ਸ਼ਾਦੀ ਵੀ ਗੁਰੂ ਜੀ ਨੇ ਕਰਵਾਈ ਤੇ ਉਸਨੂੰ ਇਹ ਵੀ ਕਿਹਾ ਕਿ ਬੇਸ਼ੱਕ ਕਦੇ-ਕਦੇ ਦਰਬਾਰ ਵਿੱਚ ਆਇਆ ਕਰੇ। ਗੁਰੂ ਮਹਾਰਾਜ ਪੈਂਦੇ ਖਾਂ ਦੇ ਵੱਧਦੇ ਹੰਕਾਰ ਨੂੰ ਦੇਖ ਰਹੇ ਸਨ ਤੇ ਉਸਨੂੰ ਆਪਣੀ ਹੱਦ ਵਿੱਚ ਰੱਖਣਾ ਜ਼ਰੂਰੀ ਜਾਣਦੇ ਸਨ। ਦੁਆਬੇ ਵਿੱਚ ਸਿੱਖੀ ਦਾ ਪ੍ਰਚਾਰ। ਸ਼ਾਹਜਹਾਨ ਨੇ ਪੰਜਾਬ ਨਾ ਆਉਣ ਕਰਕੇ ਅਨਾਇਤ ਉੱਲਾ ਏਜ਼ਦੀ ਨੇ ਮਨਮਾਨੀ ਸ਼ੁਰੂ ਕਰ ਦਿੱਤੀ ਤੇ ਬਾਕੀ ਸੂਬਿਆਂ ਵਿੱਚ ਵੀ ਆਪ ਹੁਦਰਾਪਨ ਆਰੰਭ ਹੋ ਗਿਆ। ਜਲੰਧਰ, ਦੁਆਬ, ਲਾਹੌਰ ਤੋਂ ਬਿਲਕੁਲ ਹੀ ਆਜ਼ਾਦ ਹੋ ਗਿਆ। ਲੋਕੀ ਬਹੁਤ ਤੰਗ ਸਨ ਤੇ ਹੋਰ ਤੰਗ ਕੀਤੇ ਜਾਣ ਲੱਗ ਪਏ। ਹਾਕਮਾਂ ਦੀ ਦੇਖਾ ਦੇਖੀ ਕਰਮਚਾਰੀ ਵੀ ਜ਼ੁਲਮ ਤੇ ਤੁਲ ਆਏ। ਕਈ ਕਰਮਚਾਰੀਆਂ ਨੇ ਆਪਣਾ ਪੇਸ਼ਾ ਹੀ ਡਕੈਤੀ ਬਣਾ ਲਿਆ। ਲੋਕਾਂ ਦੀ ਪੁਕਾਰ ਗੁਰੂ ਪਾਤਸ਼ਾਹ ਪਾਸ ਪਹੁੰਚੀ ਤੇ ਨਾਲੇ ਉਹਨਾਂ ਆਪ ਵੀ ਭੈੜੇ ਪ੍ਰਬੰਧ ਨੂੰ ਜ਼ੁਲਮ ਕਰਦੇ ਦੇਖ ਲਿਆ ਸੀ। ਪਰ ਉਪਕਾਰੀ ਯੋਧੇ ਗੁਰੂ ਨੇ ਚੋਰਾਂ ਤੇ ਡਾਕੂਆਂ ਦੇ ਭੇਸ ਵਿੱਚ ਕਰਮਚਾਰੀਆਂ ਨੂੰ ਪਕੜਨਾ ਸ਼ੁਰੂ ਕਰ ਦਿੱਤਾ। ਉਹਨਾਂ ਭੇਖ ਕਰਮਚਾਰੀਆਂ ਨੇ ਆਪਣਾ ਜੀਵਨ ਸੁਧਾਰਨ ਦੇ ਪ੍ਰਣ ਕੀਤੇ ਤੇ ਕਈਆਂ ਨੇ ਸਿੱਖੀ ਧਾਰਨ ਕੀਤੀ। ਇਹ ਹੀ ਪਰਉਪਕਾਰ ਦੋਸ਼ ਬਣਿਆ ਕਿ ਗੁਰੂ ਹਰਗੋਬਿੰਦ ਹੀ ਡਾਕੂਆਂ ਤੇ ਧਾੜਵੀਆਂ ਨੂੰ ਪਨਾਹ ਦੇ ਰਹੇ ਹਨ। ਜਿਸ ਪਰਉਪਕਾਰ ਦੀ ਉਪਮਾ ਹੋਣੀ ਚਾਹੀਦੀ ਸੀ, ਉਹ ਹੀ ਦੂਸ਼ਣ ਬਣਾ ਦਿੱਤਾ ਗਿਆ। ਬਹੁਤੇ ਕਰਮਚਾਰੀ ਤੇ ਡਾਕੂ ਗੁਰੂ ਜੀ ਦੇ ਅੰਮ੍ਰਿਤ ਵਾਕ ਸੁਣ ਕੇ ਗੁਰਸਿੱਖ ਬਣੇ ਤੇ ਉਹਨਾਂ ਸਾਰਾ ਲੁੱਟਿਆ ਹੋਇਆ ਆਪਣਾ ਧਨ ਮਾਲ ਲੋਕਾਂ ਨੂੰ ਵਾਪਸ ਕਰ ਦਿੱਤਾ। ਸੱਚਮੁੱਚ ਹੀ ਧਰਮ ਦਾ ਰਾਜ ਚੱਲ ਪਿਆ। ਜੋ ਹਕੂਮਤ ਦੇ ਰਾਖੇ ਪਰਜਾ ਉੱਤੇ ਜ਼ੁਲਮ ਢਾ ਰਹੇ ਸਨ, ਉਹਨਾਂ ਨੂੰ ਕਾਬੂ ਵਿੱਚ ਲਿਆਉਣਾ ਇੱਕ ਕਠਿਨ ਸਮੱਸਿਆ ਸੀ। ਜਿਨ੍ਹਾਂ ਕਰਮਚਾਰੀਆਂ ਨੂੰ ਰੋਜ਼ੀ ਦਾ ਵਸੀਲਾ ਹੱਥੋਂ ਜਾਂਦਾ ਦੱਸਿਆ, ਉਹਨਾਂ ਵੱਧ ਚੜ੍ਹ ਕੇ ਸ਼ਾਹਜਹਾਨ ਤੱਕ ਸ਼ਿਕਾਇਤਾਂ ਪਹੁੰਚਾਈਆਂ। ਉੱਥੇ ਹੀ ਕੁਝ ਹਮਦਰਦਾਂ ਨੇ ਕਿਹਾ ਕਿ ਗੁਰੂ ਕੋਈ ਹਕੂਮਤ ਨਹੀਂ ਬਣਾ ਰਹੇ, ਨਾ ਹੀ ਕੋਈ ਮੱਲਾਂ ਪਏ ਮਾਰਦੇ ਹਨ। ਉਹ ਤਾਂ ਦੋਖੀਆਂ ਨੂੰ ਜਿਹੜੇ ਕਿਸੇ ਵੀ ਕਾਬੂ ਵਿੱਚ ਨਹੀਂ ਆਉਂਦੇ ਸਿੱਧੇ ਰਾਹ ਪਾ ਰਹੇ ਹਨ। ਕਾਰਵਾਈ ਹੁੰਦੀ ਰੁਕ ਗਈ। ਜੁਲਾਈ ਵਿੱਚ ਬਾਰਿਸ਼ਾਂ ਦਾ ਸ਼ੋਰ ਹੋਣ ਕਾਰਨ ਗੁਰੂ ਜੀ ਕਰਤਾਰਪੁਰ ਛੱਡ ਹਰਗੋਬਿੰਦਪੁਰ ਚਲੇ ਗਏ। ਹਰਗੋਬਿੰਦਪੁਰ ਦਾ ਪਹਿਲਾ ਨਾਂ ਚੱਕ ਗੋਬਿੰਦਪੁਰ ਸੀ। ਉਹ ਥਾਂ ਕੁਝ ਉਚਾਈ ਤੇ ਹੋਣ ਕਾਰਨ ਬਾਰਿਸ਼ਾਂ ਸਮੇਂ ਠੀਕ ਰਹਿੰਦੀ ਸੀ। ਗੁਰੂ ਜੀ ਨੇ ਇਹ ਵਿਚਾਰ ਬਣਾਈ ਕਿ ਹਰਗੋਬਿੰਦਪੁਰ ਦੇ ਚੁਗਿਰਦੇ ਫਸੀਲ ਬਣਾਈ ਜਾਏ। ਅਜੇ ਤਿਆਰੀ ਆਰੰਭੀ ਹੀ ਸੀ ਕਿ ਭਗਵਾਨ ਦਾਸ ਘੇਰੜ ਖੱਤਰੀ ਨੇ ਰੋਕ ਪਾਉਣੀ ਚਾਹੀ। ਹਰਗੋਬਿੰਦਪੁਰ ਵੱਲ ਇਹ ਯਾਦ ਰਹੇ ਕਿ ਜਦ ਚੰਦੂ ਨੂੰ ਜਹਾਂਗੀਰ ਨੇ ਸਜ਼ਾ ਦਿੱਤੀ ਸੀ ਤਾਂ ਉਸ ਦਾ ਪਿੰਡ ਵੀ ਜ਼ਬਤ ਕਰ ਲਿਆ ਸੀ ਤੇ ਉੱਥੇ ਹੀ ਗੁਰੂ ਹਰਗੋਬਿੰਦ ਜੀ ਨੇ ਨਗਰ ਵਸਾਇਆ ਸੀ।
ਬਾਦਸ਼ਾਹਤ ਬਦਲ ਜਾਣ ਉਪਰੰਤ ਦੀਵਾਨ ਚੰਦੂ ਦੇ ਰਿਸ਼ਤੇਦਾਰਾਂ ਤੇ ਭਗਵਾਨ ਦਾਸ ਨੇ ਮੌਕਾ ਚੰਗਾ ਜਾਣ ਕੇ ਫਿਰ ਕਬਜ਼ਾ ਕਰਨਾ ਚਾਹਿਆ। ਤਵਾਰੀਖ ਗੁਰੂ ਖਾਲਸਾ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਜਦ ਹਰਗੋਬਿੰਦਪੁਰ ਨਿਵਾਸ ਕਰਕੇ ਬਸਤੀ ਦੀ ਸੂਰਤ ਕਾਇਮ ਕਰਨ ਲਈ ਗੁਰੂ ਜੀ ਉੱਥੇ ਕੋਟ ਕਢਾਉਣ ਕਿਲਾ ਬਣਾਉਣ ਲੱਗੇ ਤਾਂ ਭਗਵਾਨ ਦਾਸ ਘੇਰੜ ਖੱਤਰੀ ਉਸ ਪਰਗਣੇ ਦਾ ਮਾਲਗੁਜ਼ਾਰ ਸ਼ਾਹੀ ਚੰਦੂ ਦਾ ਸਾਕ ਸੂਬੇ ਜਲੰਧਰ ਦਾ ਪੱਗਵੱਟ ਮਿੱਤਰ ਜੋ ਉਸ ਪਿੰਡ ਵਿੱਚ ਵਸਦਾ ਹੁੰਦਾ ਸੀ, ਹੁਣ ਗੁਰੂ ਜੀ ਦੀ ਬਾਦਸ਼ਾਹ ਨਾਲ ਵਿਗੜੀ ਦੇਖ ਕੇ ਸੂਬੇ ਜਲੰਧਰ ਦੇ ਨਾਲ ਗੁਰੂ ਜੀ ਤੋਂ ਉਹ ਪਿੰਡ ਛਡਵਾਉਣ ਦਾ ਮਨਸੂਬਾ ਬਣਾ ਕੇ ਗੁਰੂ ਜੀ ਨੂੰ ਉਠਾਉਣ ਵਾਸਤੇ ਚਲਾ ਗਿਆ। ਭਗਵਾਨ ਦਾਸ ਇਹ ਜਾਣਦਾ ਸੀ ਕਿ ਆਗਰਾ ਗੁਰੂ ਜੀ ਦੇ ਵਿਰੁੱਧ ਹੈ, ਲਾਹੌਰ ਨਾਰਾਜ਼ ਹੈ ਤੇ ਜਲੰਧਰ ਦੁਖੀ, ਸੋ ਇਸ ਮੌਕੇ ਤੋਂ ਲਾਭ ਉਠਾ ਕੇ ਗੁਰੂ ਜੀ ਤੋਂ ਪਿੰਡ ਛੁਡਵਾਇਆ ਜਾ ਸਕਦਾ ਹੈ। ਨਾਲ ਹੀ ਜਲੰਧਰ ਵਿਖੇ ਚੰਦੂ ਦਾ ਭਰਾ ਲਾਲ ਚੰਦ ਪੇਸ਼ਕਾਰ ਤੇ ਕਰਮਚੰਦ ਮਹਾਲਦਾਰ ਸੀ। ਇਸੇ ਅਹੰਕਾਰ ਤੇ ਸ਼ੈ ਵਿੱਚ ਭਗਵਾਨ ਦਾਸ ਭਰੇ ਦੀਵਾਨ ਵਿੱਚ ਆਇਆ ਤੇ ਗੁਰੂ ਜੀ ਨੂੰ ਕਬੂਲ ਬੋਲੇ ਤੇ ਚਲਾ ਗਿਆ। ਗੁਰੂ ਜੀ ਸ਼ਾਂਤ ਰਹੇ ਤੇ ਕੋਈ ਮੁੜਵਾ ਉੱਤਰ ਤੱਕ ਨਾ ਦਿੱਤਾ। ਉਸੇ ਹੰਕਾਰ ਵਿੱਚ ਦੂਜੇ ਦਿਨ ਫਿਰ ਆਇਆ ਤੇ ਮਾੜਾ ਬੋਲ ਬੋਲਿਆ, ਦੇਖੋ ਕਿਹੜਾ ਯਾਰੋ ਅੰਨਿਆ ਕਰਦਾ ਹੈ, ਅਜਿਹੇ ਢੀਠ ਹਨ ਸੁਣਦੇ ਹੀ ਨਹੀਂ, ਗੁਰੂ ਸਦਾਉਂਦੇ ਹਨ। ਕਿਹੜਾ ਪਖੰਡ ਰਚਾਇਆ ਹੈ, ਅੱਗ ਨੂੰ ਆਈ ਘਰ ਵਾਲੀ ਹੋ ਬੈਠੀ, ਉਠਾਓ ਨਹੀਂ ਤੇ ਦੂਜਾ ਦਾਓ ਹੁੰਦਾ ਹੈ। ਗ੍ਰਸਤੀ ਖੱਤਰੀ ਹੋ ਕੇ ਪੁਜਾਰੀ ਬਣ ਬੈਠਾ, ਮੱਤ ਮਾਰੀ ਗਈ, ਲੋਕਾਂ ਦੇ ਘਰ ਖੋਹੀ ਫਿਰਦਾ ਹੈ। ਰੋਬ ਪਾਉਣ ਲਈ ਕੁਝ ਲੜਾਕੇ ਵੀ ਆਪਣੇ ਨਾਲ ਲਿਆਇਆ। ਜਦ ਅਗਾਂਹ ਵੱਧ ਸਾਰਿਆਂ ਨੇ ਕਬੂਲ ਬੋਲੇ ਤਾਂ ਸਿੱਖਾਂ ਦੇ ਸਬਰ ਦਾ ਪਿਆਲਾ ਛਲਕ ਪਿਆ। ਇੱਕ ਸਿੱਖ ਅੱਗੇ ਵੱਧ ਭਗਵਾਨ ਦਾਸ ਘੇਰੜ ਦਾ ਸਿਰ ਉਤਾਰਿਆ ਤੇ ਲਾਸ਼ ਸਮੇਤ ਬਿਆਸ ਵਿੱਚ ਰੋੜ ਦਿੱਤਾ। ਮਾਗਵੀ ਧਾੜ ਉਸ ਸਮੇਂ ਨੱਸ ਗਈ। ਭਗਵਾਨ ਦਾਸ ਦੇ ਪੁੱਤਰ ਰਤਨ ਚੰਦ ਨੇ ਜਲੰਧਰ ਜਾ ਕੇ ਫਰਿਆਦ ਕੀਤੀ। ਭਗਵਾਨ ਦਾਸ ਦਾ ਸੰਬੰਧੀ ਲਾਲ ਚੰਦ ਸੀ ਤੇ ਚੰਦੂ ਦਾ ਪੁੱਤਰ ਕਰਮ ਚੰਦ ਵੀ ਜਲੰਧਰ ਹੀ ਸੀ। ਜਲੰਧਰ ਦਾ ਸੂਬੇਦਾਰ ਅਬਦੁੱਲਾ ਖਾਂ ਸੀ। ਇਸ ਨਾਪਾਕ ਇਕੱਠ ਨੇ ਗੁਰੂ ਜੀ ਉੱਤੇ ਹਮਲਾ ਕਰਨ ਦੀ ਤਿਆਰੀ ਕਰ ਲਈ ਤੇ ਦੂਜੀ ਜੰਗ ਦਾ ਆਰੰਭ ਹੋ ਗਿਆ। ਦੂਜੀ ਜੰਗ। ਸੂਬੇਦਾਰ ਅਬਦੁੱਲਾ ਖਾਂ ਪਹਿਲਾਂ ਹੀ ਗੁਰੂ ਜੀ ਦੀ ਦੁਆਬੇ ਵਿਖੇ ਹੋਂਦ ਤੋਂ ਤੰਗ ਸੀ, ਸੋ ਉਸਨੇ ਗੁਰੂ ਜੀ ਦੇ ਟਾਕਰੇ ਉੱਤੇ 4000 ਫੌਜ ਤਿਆਰ ਕਰਕੇ ਭੇਜ ਦਿੱਤੀ ਤੇ ਇਲਾਕੇ ਦੇ ਫੌਜਦਾਰਾਂ ਨੂੰ ਵੀ ਫੌਜਾਂ ਤਿਆਰ ਰੱਖਣ ਦਾ ਹੁਕਮ ਦੇ ਦਿੱਤਾ। ਬੈਰਮ ਖਾਨ, ਮੁਹੰਮਦ ਖਾਨ, ਬਲਵੰਡ ਖਾਨ, ਇਮਾਮ ਬਖਸ਼, ਨਬੀ ਬਖਸ਼, ਚਿਰਾਗ ਦੀਨ, ਅਕਬਰ ਖਾਂ ਤੇ ਸ਼ੇਰ ਮੁਹੰਮਦ ਮੂਰੇ ਸਨ। ਸਾਰੀ ਫੌਜ ਨੂੰ 8 ਥਾਵੇਂ ਵੰਡ ਦਿੱਤਾ। ਗੁਰੂ ਹਰਗੋਬਿੰਦ ਜੀ ਨੇ ਫੌਜ ਦੀ ਕਮਾਨ ਭਾਈ ਜੱਟੂ ਦੇ ਹੱਥ ਵਿੱਚ ਦਿੱਤੀ ਤੇ ਹਰ ਜਥੇ ਦਾ ਇੱਕ ਜਥੇਦਾਰ ਵੀ ਥਾਪ ਦਿੱਤਾ। ਭਾਈ ਕਲਿਆਣਾ, ਭਾਈ ਕਾਲਾ, ਭਾਈ ਪਿਰਾਗਾ, ਭਾਈ ਮਥਰਾ, ਭਾਈ ਜਗਨਨਾਥ, ਭਾਈ ਜਗਨਾ, ਭਾਈ ਸਖਤੂ, ਭਾਈ ਜਤੀਮਲ, ਪਰਮ ਰਾਮ ਤੇ ਭਾਈ ਮਲੂਕਾ ਜਥਿਆਂ ਦੇ ਇੰਚਾਰਜ ਸਨ। ਭਾਈ ਬਿਧੀ ਚੰਦ ਦੇ ਜਥੇ ਨੂੰ ਰਾਖਵਾਂ ਰੱਖ ਲਿਆ ਤਾਂ ਕਿ ਲੋੜ ਵੇਲੇ ਕੁਮਕ ਪਹੁੰਚਾ ਸਕੇ। ਅਬਦੁੱਲਾ ਖਾਂ ਨੇ ਈਨ ਮੰਨਣ ਤੇ ਹਰਗੋਬਿੰਦਪੁਰ ਛੱਡਣ ਦਾ ਸੁਨੇਹਾ ਦੇ ਕੇ ਐਲਚੀ ਭੇਜਿਆ। ਗੁਰੂ ਹਰਗੋਬਿੰਦ ਜੀ ਨੇ ਮੁੜਦੇ ਇਹ ਹੀ ਕਿਹਾ ਕਿ ਅਸੀਂ ਕਿਸੇ ਦੀ ਮਲਕੀਅਤ ਨਹੀਂ ਖੋਹਦੇ, ਪਰ ਜੋ ਹੈਂਕੜ ਨਾਲ ਚੜ੍ਹ ਕੇ ਆਏ ਉਸ ਨਾਲ ਲੋਹਾ ਲੈਣਾ ਤੇ ਹੰਕਾਰ ਨੂੰ ਤੋੜਨਾ ਫਰਜ਼ ਸਮਝਦੇ ਹਾਂ। ਇਹ ਉੱਤਰ ਪੁੱਜਦੇ ਸਾਰ ਸਤੰਬਰ 1629 ਨੂੰ ਜੰਗ ਆਰੰਭ ਹੋ ਗਿਆ। ਗੁਰੂ ਜੀ ਨੇ ਸੂਰਮਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ਇਹ ਯੁੱਧ ਕਿਸੇ ਰਾਜ, ਧਨ ਜਾਂ ਮੁਲਕ ਵਾਸਤੇ ਨਹੀਂ, ਇਹ ਧਰਮ ਦਾ ਯੁੱਧ ਹੈ। ਕਦੀ ਕੰਡ ਨਾ ਦੇਣੀ, ਸਨਮੁਖ ਹੋ ਕੇ ਲੜੋ। ਹਰ ਸਰਦਾਰ ਆਪਣੇ ਜਥੇ ਦਾ ਧਿਆਨ ਰੱਖੇ, ਜਿਹੜੇ ਨੱਸਣ ਜਾਂ ਸ਼ਰਨ ਆ ਜਾਣ ਉਹਨਾਂ ਨੂੰ ਨਹੀਂ ਮਾਰਨਾ, ਦਿਲ ਕਦੇ ਨਹੀਂ ਛੱਡਣਾ, ਅੰਤਲੇ ਸਵਾਸਾਂ ਤੱਕ ਜੰਗ ਕਰਨਾ। ਸਭ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਗੁਰੂ ਜੀ ਦੇ ਸੂਰਮੇ ਮੋਰਾਂ ਵਾਂਗੂ ਪਹਿਲਾਂ ਪਾਉਂਦੇ ਸਨ ਤੇ ਵੈਰੀਆਂ ਵਿੱਚੋਂ ਕਾਇਰ ਸਿਆਲੇ ਵਿੱਚ ਸੱਪਾਂ ਦੀ ਨਿਆਈ ਲੁਕਦੇ ਫਿਰਦੇ ਸਨ। ਅਜਿਹਾ ਘਮਸਾਨ ਮਚਿਆ ਕਿ ਆਪਣੇ ਭਰਾਏ ਦੀ ਪਛਾਣ ਨਾ ਰਹੀ। ਭਾਈ ਜੱਟੂ ਨੇ ਸਿੱਧਾ ਮੁਹੰਮਦ ਖਾਂ ਨੂੰ ਵੰਗਾਰਿਆ। ਮੁਹੰਮਦ ਖਾਂ ਨੇ ਪਹਿਲੇ ਤੀਰ ਨਾਲ ਹੀ ਭਾਈ ਜੱਟੂ ਜੀ ਦਾ ਘੋੜਾ ਥਾਂ ਮਾਰ ਲਿਆ। ਉਧਰੋਂ ਘੋੜੇ ਤੋਂ ਡਿੱਗਦਿਆਂ ਭਾਈ ਜੀ ਨੇ ਬੰਦੂਕ ਚਲਾਈ ਤੇ ਉਧਰੋਂ ਮੁਹੰਮਦ ਖਾਂ ਨੇ ਤੀਰ ਚਲਾਇਆ ਤੇ ਕੁਦਰਤ ਦਾ ਕਰਨਾ ਕਿ ਦੋਵੇਂ ਹੀ ਇੱਕੋ ਵੇਲੇ ਡਿੱਗੇ ਤੇ ਰਣ ਭੂਮੀ ਵਿੱਚ ਸਦਾ ਲਈ ਸ਼ਾਂਤ ਹੋ ਗਏ। ਅਬਦੁੱਲਾ ਖਾਂ ਨੇ ਬੈਰਮ ਖਾਂ ਨੂੰ ਕਮਾਨ ਦਿੱਤੀ ਤੇ ਭਾਈ ਜੱਟੂ ਦੀ ਥਾਂ ਮਥਰਾ ਜੀ ਨੇ ਸੰਭਾਲੀ। ਭਾਈ ਮਥਰਾ ਜੀ ਨੇ ਵੰਗਾਰ ਪਾਈ ਤੇ ਬੈਰਮ ਖਾਂ ਦੇ ਘੋੜੇ ਨੂੰ ਗਿਰਾ ਲਿਆ। ਭਾਈ ਮਥਰਾ ਜੀ ਨੇ ਛਾਲ ਮਾਰ ਕੇ ਬੈਰਮ ਖਾਂ ਨੂੰ ਭੁੰਜੇ ਸਿੱਟ ਲਿਆ ਤੇ ਦੋਵੇਂ ਗੁੱਥਮ ਗੁੱਥਾ ਹੋ ਗਏ। ਬੈਰਮ ਖਾਂ ਨੇ ਆਪਣਾ ਸਾਰਾ ਤਨ ਸੰਜੋਗ ਨਾਲ ਢਕਿਆ ਹੋਇਆ ਸੀ।
ਉਸਨੇ ਆਪਣੇ ਆਪ ਨੂੰ ਮਜ਼ਬੂਤ ਜਾਣ ਕੇ ਉੱਚੀ ਆਵਾਜ਼ ਕੱਢੀ ਤੇ ਮੂੰਹ ਅੱਡਿਆ। ਭਾਈ ਜੀ ਫੁਰਤੀ ਨਾਲ ਮੌਕਾ ਸੰਭਾਲ ਬੈਰਮ ਖਾਂ ਦੇ ਗਾਤਰੇ ਵਿੱਚੋਂ ਕਟਾਰ ਕੱਢ ਕੇ ਉਸਦੇ ਮੂੰਹ ਵਿੱਚ ਜੜ ਦਿੱਤੀ ਤੇ ਬੈਰਮ ਖਾਂ ਚੀਖ ਮਾਰ ਕੇ ਡਿੱਗ ਪਿਆ। ਬੈਰਮ ਖਾਂ ਦੀ ਥਾਵੇਂ ਸੂਬੇਦਾਰ ਨੇ ਬਲਵੰਡ ਖਾਂ ਨੂੰ ਭੇਜਿਆ ਤੇ ਮਦਦ ਲਈ ਇੱਕ ਹੋਰ ਦਸਤਾ ਅਲੀ ਬਖਸ਼ ਦਾ ਵੀ ਦਿੱਤਾ। ਦੋਵਾਂ ਦਸਤਿਆਂ ਨੇ ਰਲ ਕੇ ਸਿੱਖ ਫੌਜਾਂ ਵਿੱਚ ਇੱਕ ਪ੍ਰਕਾਰ ਦੀ ਭਾਜੜ ਹੀ ਪਾ ਦਿੱਤੀ, ਪਰ ਭਾਈ ਕਲਿਆਣਾ ਜੀ ਨੇ ਆਪਣੀ ਬੰਦੂਕ ਦੀ ਸੇਧ ਬਲਵੰਡ ਖਾਂ ਵੱਲ ਕਰਕੇ ਅਜਿਹਾ ਨਿਸ਼ਾਨਾ ਮਾਰਿਆ ਕਿ ਉਹ ਥਾਂ ਹੀ ਚਿੱਤ ਹੋ ਗਿਆ। ਅਲੀ ਬਖਸ਼ ਨੇ ਬਲਵੰਡ ਖਾਂ ਨੂੰ ਡਿੱਗਦੇ ਦੇਖ ਸਿੱਧਾ ਧਾਵਾ ਭਾਈ ਕਲਿਆਣਾ ਉੱਤੇ ਬੋਲ ਦਿੱਤਾ। ਭਾਈ ਕਲਿਆਣਾ ਜੀ ਨੇ ਲਗਾਤਾਰ ਤੀਰ ਛੱਡੇ ਤੇ ਤੀਰਾਂ ਦਾ ਪੱਥਾ ਖਾਲੀ ਹੋ ਗਿਆ। ਉਸ ਸਮੇਂ ਤਲਵਾਰ ਵਾਹੁਣੀ ਆਰੰਭੀ, ਪਰ ਭਾਈ ਸਾਹਿਬ ਐਸੇ ਘੇਰੇ ਵਿੱਚ ਸਨ ਕਿ ਉਹਨਾਂ ਦਾ ਨਿਕਲਣਾ ਅਸੰਭਵ ਸੀ। ਉੱਥੇ ਲੜਦੇ ਲੜਦੇ ਸ਼ਹੀਦ ਹੋ ਗਏ। ਅਲੀ ਬਖਸ਼ ਨੇ ਲਾਂਬੇ ਤੋਂ ਧਿਆਨ ਛੱਡ ਕੇ ਚੜ੍ਹਾਈ ਗੁਰੂ ਹਰਗੋਬਿੰਦ ਜੀ ਵੱਲ ਕੀਤੀ। ਅਲੀ ਬਖਸ਼ ਨੂੰ ਗੁਰੂ ਜੀ ਵੱਲ ਵੱਧਦਾ ਦੇਖ ਭਾਈ ਨਾਨੂ ਨੇ ਅਗਾਂਹ ਵੱਧ ਅਲੀ ਬਖਸ਼ ਨੂੰ ਰੋਕ ਲਿਆ। ਅਲੀ ਬਖਸ਼ ਨੇ ਭਾਈ ਜੀ ਨੂੰ ਗੋਲੀ ਦਾ ਨਿਸ਼ਾਨਾ ਬਣਾਉਣਾ ਚਾਹਿਆ, ਪਰ ਉਸ ਦੇ ਐਸਾ ਕਰਨ ਤੋਂ ਪਹਿਲਾਂ ਹੀ ਭਾਈ ਜੀ ਨੇ ਤੀਰ ਚਲਾ ਅਲੀ ਬਖਸ਼ ਨੂੰ ਖਤਮ ਕਰ ਦਿੱਤਾ। ਭਾਈ ਨਾਨੂ ਸ਼ਬਦ ਵੇਦ ਤੀਰ ਦੇ ਇਲਮ ਤੋਂ ਜਾਣੂ ਸਨ। ਜਿਸ ਥਾਂ ਤੋਂ ਆਵਾਜ਼ ਆਉਂਦੀ ਸੀ ਤੀਰ ਚਲਾ ਕੇ ਆਵਾਜ਼ ਹੀ ਖਤਮ ਕਰ ਦਿੰਦੇ ਸਨ। ਅਲੀ ਬਖਸ਼ ਨੂੰ ਡਿੱਗਿਆ ਸੁਣ ਇਮਾਮ ਬਖਸ਼ ਅੱਗੇ ਵਧਿਆ। ਅਜੇ ਉਹ ਹਿੱਲਿਆ ਹੀ ਸੀ, ਭਾਈ ਨਾਨੂ ਜੀ ਨੇ 2 ਧਾਰੇ ਖੰਡੇ ਨਾਲ ਉਸ ਦੀ ਇੱਕ ਬਾਂਹ ਉਡਾ ਦਿੱਤੀ, ਪਰ ਉਸਨੇ ਸੱਜੇ ਹੱਥ ਨਾਲ ਇੱਕ ਐਸਾ ਵਾਰ ਕੀਤਾ ਕਿ ਭਾਈ ਨਾਨੂ ਜੀ ਵੀ ਥਾਂ ਹੀ ਢੇਰ ਹੋ ਗਏ। ਭਾਈ ਨਾਨੂ ਜੀ ਦੇ ਡਿੱਗਣ ਨਾਲ ਸਿੱਖ ਫੌਜਾਂ ਦੇ ਪੈਰ ਥਿੜਕਣ ਲੱਗੇ, ਪਰ ਭਾਈ ਬਿਧੀ ਚੰਦ ਜੀ ਦੇ ਰਾਖਵੇਂ ਜਥੇ ਨੇ ਠੱਲ ਪਾ ਦਿੱਤੀ ਤੇ ਉਸ ਸਮੇਂ ਭਾਈ ਕਿਸ਼ਨਾ ਤੇ ਭਾਈ ਪਰਾਗਾ ਅੱਗੇ ਵਧੇ। ਭਾਈ ਪਰਾਗਾ ਨੇ ਇਮਾਮ ਬਖਸ਼ ਨੂੰ ਜਾ ਲਿਆ। ਸ਼ਾਮ ਦਾ ਹਨੇਰਾ ਹੋ ਜਾਣ ਕਾਰਨ ਦੋਵੇਂ ਧਿਰਾਂ ਆਪਣੇ ਟਿਕਾਣਿਆਂ ਨੂੰ ਮੁੜ ਆਈਆਂ। ਜੰਗ ਦਾ ਦੂਜਾ ਦਿਨ। ਅਗਲੇ ਦਿਨ ਸਵੇਰੇ ਹੀ ਗੁਰੂ ਜੀ ਨੇ ਭਾਈ ਨਾਨੂ ਜੀ ਦੀ ਬਹਾਦਰੀ ਦਾ ਜ਼ਿਕਰ ਕੀਤਾ ਤੇ ਇਕੱਠੀਆਂ ਫੌਜਾਂ ਨੂੰ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਆ। ਭਾਈ ਪਰਾਗਾ ਨੇ ਕਮਾਨ ਸੰਭਾਲ ਲਈ ਤੇ ਵੱਖ-ਵੱਖ ਦਸਤਿਆਂ ਦੀ ਕਮਾਨ ਭਾਈ ਜਗਨਾ, ਭਾਈ ਸਖਤੂ, ਭਾਈ ਪਿਰਾਨਾ, ਭਾਈ ਭੋਲਣ ਨੇ ਸੰਭਾਲ ਲਈ। ਭਾਈ ਬਿਧੀ ਚੰਦ ਨੇ ਰਾਖਵੇਂ ਜਥੇ ਦੀ ਅਗਵਾਈ ਸੰਭਾਲੀ ਰੱਖੀ। ਉਧਰ ਅਬਦੁੱਲਾ ਖਾਂ ਨੇ ਆਪ ਕਮਾਨ ਸੰਭਾਲ ਲਈ। ਸਿੱਖਾਂ ਨੇ ਵੱਧ-ਵੱਧ ਕੇ ਹੱਲੇ ਕੀਤੇ ਤੇ ਵਿਰੋਧੀਆਂ ਨੂੰ ਹੈਰਾਨ ਕੀਤਾ। ਸਿੱਖ ਐਸੇ ਕਰਾਰੇ ਹੱਥ ਦਿਖਾ ਰਹੇ ਸਨ ਕਿ ਅਬਦੁੱਲਾ ਖਾਂ ਦੇ ਮੂੰਹ ਤੋਂ ਨਿਕਲ ਗਿਆ, ਅਸੀਂ ਤਾਂ ਇਹਨਾਂ ਨੂੰ ਨਾਈ, ਛਿੱਬੇ ਤੇ ਬਰੂਟ ਹੀ ਸਮਝਦੇ ਹਾਂ, ਪਰ ਇਹ ਤਾਂ ਯੋਧਿਆਂ ਦੀ ਸੈਨਾ ਨਿਕਲੀ। ਅਬਦੁੱਲਾ ਖਾਨ ਨੇ ਆਪਣੇ ਵੱਡੇ ਪੁੱਤਰ ਨਬੀ ਬਖਸ਼ ਨੂੰ ਟਾਕਰੇ ਲਈ ਅੱਗੇ ਭੇਜ ਦਿੱਤਾ। ਨਾਲ ਹੀ ਕਰਮ ਚੰਦ ਨੂੰ ਵੰਗਾਰ ਪਾਈ ਕਿ ਭਾਈ ਬਿਧੀ ਚੰਦ ਨੂੰ ਰੋਕੋ। ਕਰਮ ਚੰਦ ਨੇ ਦੂਰੋਂ ਹੀ ਤੀਰ ਭਾਈ ਬਿਧੀ ਚੰਦ ਨੂੰ ਮਾਰਿਆ ਤੇ ਉਹ ਭਾਈ ਜੀ ਦੇ ਸਰੀਰ ਵਿੱਚ ਧਸ ਗਿਆ। ਭਾਈ ਜੀ ਨੇ ਉਹ ਹੀ ਤੀਰ ਕੱਢ ਕੇ ਵਾਪਸ ਵਗਾ ਮਾਰਿਆ। ਕਰਮ ਚੰਦ ਤਾਂ ਬਚ ਗਿਆ, ਪਰ ਘੋੜਾ ਥਾਂ ਹੀ ਡਿੱਗ ਗਿਆ। ਜਦ ਉਹ ਘੋੜੇ ਤੋਂ ਪੈਦਲ ਹੋਇਆ ਤਾਂ ਬਿਧੀ ਚੰਦ ਨੇ ਕਮੰਦ ਪਾ ਕੇ ਉਸ ਨੂੰ ਧੂ ਲਿਆ ਤੇ ਗੁਰੂ ਹਰਗੋਬਿੰਦ ਜੀ ਅੱਗੇ ਜਾ ਸੁੱਟਿਆ ਤੇ ਜਾਨੋਂ ਮੁਕਾਉਣ ਦੀ ਆਗਿਆ ਮੰਗੀ। ਗੁਰੂ ਜੀ ਨੇ ਹੱਥਾਂ ਆਖ ਮਾਰਨ ਤੋਂ ਵਰਜ ਦਿੱਤਾ। ਕਰਮ ਚੰਦ ਨੱਸ ਕੇ ਫਿਰ ਅਬਦੁੱਲਾ ਖਾਂ ਕੋਲ ਗਿਆ ਤੇ ਆਪਣੇ ਵੱਲੋਂ ਭੇਦ ਦੀਆਂ ਗੱਲਾਂ ਦੱਸਦਿਆਂ ਹੋਇਆਂ ਕਿਹਾ ਕਿ ਗੁਰੂ ਨਾਲ ਸਾਥੀ ਥੋੜੇ ਰਹਿ ਗਏ ਹਨ। ਸੂਬੇਦਾਰ ਨੇ ਇਹ ਗੱਲ ਸੁਣ ਕੇ ਕਰੜਾ ਵਾਰ ਕਰਨ ਦੀ ਵਿਉਂਤ ਬਣਾਈ ਤੇ ਨਬੀ ਬਖਸ਼ ਆਪਣੇ ਦਸਤੇ ਨੂੰ ਲੈ ਕੇ ਸਿੱਖ ਫੌਜਾਂ ਵਿੱਚ ਜਾ ਵੜਿਆ। ਭਾਈ ਪਰਸਰਾਮ ਦੇ ਜਥੇ ਨੇ ਅੱਗੇ ਵੱਧ ਉਸ ਨੂੰ ਰੋਕਿਆ, ਪਰ ਨਬੀ ਬਖਸ਼ ਦਾ ਤੀਰ ਭਾਈ ਸਾਹਿਬ ਨੂੰ ਘਾਇਲ ਕਰ ਗਿਆ। ਘਾਇਲ ਪਰਸਰਾਮ ਜੀ ਨੂੰ ਭਾਈ ਸਖਤੂ ਨੇ ਸਹਾਰਾ ਦਿੱਤਾ ਤੇ ਸੰਭਾਲ ਕੇ ਤਲਵਾਰ ਹੱਥ ਲੈ ਨਬੀ ਬਖਸ਼ ਉੱਤੇ ਭਰਵਾਂ ਵਾਰ ਕੀਤਾ ਤੇ ਉਹ ਥਾਂ ਹੀ ਚਿੱਤ ਹੋ ਗਿਆ। ਨਬੀ ਬਖਸ਼ ਨੂੰ ਡਿੱਗਦਾ ਦੇਖ ਕੇ ਫੌਜਾਂ ਨੇ ਭਾਈ ਸਖਤੂ ਤੇ ਭਾਈ ਪਰਸਰਾਮ ਨੂੰ ਥਾਂ ਹੀ ਰੱਖ ਲਿਆ। ਅਬਦੁੱਲਾ ਖਾਂ ਨੂੰ ਪੁੱਤਰ ਦਾ ਗਮ ਖਾ ਗਿਆ। ਉਹਦਾ ਦੂਸਰਾ ਪੁੱਤਰ ਕਰੀਮ ਬਖਸ਼ ਗੁਰੂ ਜੀ ਉੱਤੇ ਹੱਲਾ ਕਰਨ ਲਈ ਵਧਿਆ, ਪਰ ਰਾਹ ਵਿੱਚ ਹੀ ਬਿਧੀ ਚੰਦ ਨੇ ਰੋਕ ਲਿਆ। ਕਰੀਮ ਬਖਸ਼ ਨੇ ਬਿਧੀ ਚੰਦ ਉੱਤੇ ਵਾਰ ਕਰਨਾ ਸ਼ੁਰੂ ਕੀਤਾ। ਉਸ ਦਾ ਪਹਿਲਾ ਵਾਰ ਖਾਲੀ ਗਿਆ, ਪਰ ਦੂਜੇ ਵਾਰ ਨਾਲ ਬਿਧੀ ਚੰਦ ਦੀ ਤਲਵਾਰ ਟੁੱਟ ਗਈ। ਭਾਈ ਜੀ ਨੇ ਨਾਲ ਦੇ ਸਾਥੀ ਤੋਂ ਤਲਵਾਰ ਖਿੱਚੀ ਤੇ ਕਰੀਮ ਬਖਸ਼ ਨੂੰ ਵੀ ਥਾਂ ਹੀ ਡੇਗ ਲਿਆ। ਕਰੀਮ ਬਖਸ਼ ਨੂੰ ਸਿਸਕੀਆਂ ਲੈਂਦਾ ਦੇਖ ਕਰਮ ਚੰਦ ਤੇ ਰਤਨ ਚੰਦ ਨੱਸ ਉੱਠੇ। ਅਬਦੁੱਲਾ ਖਾਂ ਨੇ ਇਹ ਜਾਣ ਲਿਆ ਸੀ ਕਿ ਇੱਕੜ ਦੁੱਕੜ ਹੱਲਿਆਂ ਨਾਲ ਟਾਕਰਾ ਕਰਨਾ ਅਸੰਭਵ ਹੈ, ਸੋ ਉਸਨੇ ਸਾਰੀ ਫੌਜ ਨੂੰ ਹੀ ਹੱਲਾ ਕਰਨ ਦਾ ਹੁਕਮ ਦੇ ਦਿੱਤਾ। ਅਬਦੁੱਲਾ ਖਾਂ ਨੂੰ ਪੁੱਤਰਾਂ ਦੇ ਮਰਨ ਨਾਲ ਐਸਾ ਰੋਹ ਚੜਿਆ ਕਿ ਉਹ ਫੌਜਾਂ ਚੀਰਦਾ, ਹੱਲੇ ਕਰਦਾ, ਵੰਗਾਰਦਾ ਸਿੱਧਾ ਗੁਰੂ ਜੀ ਦੇ ਸਾਹਮਣੇ ਆ ਗਿਆ। ਗੁਰੂ ਜੀ ਪਾਸ ਉਸ ਸਮੇਂ ਲੱਖੇ ਨਗਾਰਚੀ ਤੇ ਤੀਰਾਂ ਦੀ ਲੱਦੀ ਹੋਈ ਖੱਚਰ ਤੋਂ ਬਿਨਾਂ ਸਿਰਫ 2 ਆਦਮੀ ਹੀ ਸਨ।
ਉਸਨੇ ਅੰਧਾ ਧੁੰਦ ਗੁਰੂ ਜੀ ਉੱਤੇ ਵਾਰ ਕਰਨੇ ਆਰੰਭ ਕਰ ਦਿੱਤੇ। ਕਰਮ ਚੰਦ ਤੇ ਰਤਨ ਚੰਦ ਵੀ ਉਸ ਦੀ ਮਦਦ ਉੱਤੇ ਪੁੱਜ ਗਏ। ਰਤਨ ਚੰਦ ਨੇ ਤੀਰ ਗੁਰੂ ਜੀ ਦੇ ਘੋੜੇ ਦੀ ਗਰਦਨ ਵਿੱਚ ਮਾਰਿਆ ਤੇ ਤਿੰਨਾਂ ਨੇ ਲਗਾਤਾਰ ਇੱਕ ਵਾਰੀ ਹੀ ਤੀਰ ਛੱਡ ਦਿੱਤੇ। ਗੁਰੂ ਜੀ ਤੀਰਾਂ ਦੇ ਵਾਰਾਂ ਨੂੰ ਢਾਲ ਉੱਤੇ ਲੈਂਦੇ ਰਹੇ। ਇਹ ਮਾਰੋ ਮਾਰੀ ਵਿੱਚ ਦੋਹਾਂ ਪਾਸਿਆਂ ਦੇ ਚਾਰੇ ਘੋੜੇ ਮਾਰੇ ਗਏ। ਗੁਰੂ ਜੀ ਤਿੰਨਾਂ ਦੇ ਵਾਰ ਸੰਭਾਲ ਰਹੇ ਸਨ। ਕਰਮ ਚੰਦ ਨੇ ਨੇੜੇ ਹੋ ਕੇ ਗੁਰੂ ਜੀ ਤੇ ਵਾਰ ਕੀਤਾ ਤਾਂ ਗੁਰੂ ਜੀ ਨੇ ਢਾਲ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਤਲਵਾਰ ਨਾਲ ਰਤਨ ਚੰਦ ਦੇ 2 ਟੁਕੜੇ ਕਰ ਦਿੱਤੇ। ਨਵਾਬ ਦੇ ਹਰ ਵਾਰ ਨੂੰ ਗੁਰੂ ਜੀ ਨੇ ਢਾਲ ਉੱਤੇ ਲਿਆ ਤੇ ਰੋਕਿਆ। ਜਦ ਉਹ ਵਾਰ ਕਰ ਹੰਭ ਗਿਆ ਤਾਂ ਗੁਰੂ ਜੀ ਨੇ ਖੰਡੇ ਨਾਲ ਐਸਾ ਵਾਰ ਕੀਤਾ ਕਿ ਅਬਦੁੱਲਾ ਖਾਂ ਮੁਨਾਰੇ ਦੇ ਟੁੱਟਣ ਵਾਂਗੂ ਜ਼ਮੀਨ ਉੱਤੇ ਡਿੱਗ ਪਿਆ। ਉਸ ਨੇ ਡਿੱਗਦੇ ਐਸੀ ਚੀਕ ਮਾਰੀ ਕਿ ਕਰਮ ਚੰਦ ਨੇ ਹੋਸ਼ ਸੰਭਾਲ ਲਈ ਤੇ ਸਿੱਧਾ ਖੜਾ ਹੋ ਕੇ ਗੁਰੂ ਜੀ ਉੱਤੇ ਵਾਰ ਕੀਤੇ ਅਤੇ ਕਿਹਾ, ਢਾਲ ਸੁੱਟ ਕੇ ਸਿਰਫ ਤਲਵਾਰ ਨਾਲ ਆਓ। ਪਰ ਜਦ ਗੁਰੂ ਜੀ ਨੇ ਵਾਰ ਕੀਤਾ ਤਾਂ ਉਹ ਚੱਲ ਨਾ ਸਕਿਆ ਤੇ ਉਸ ਦੀ ਤਲਵਾਰ ਦੇ 2 ਟੋਟੇ ਹੋ ਗਏ। ਜਦ ਕਰਮ ਚੰਦ ਨੇ ਦੂਜੀ ਤਲਵਾਰ ਲਈ ਤਾਂ ਉਸ ਦੇ ਵੀ ਟੁਕੜੇ ਹੋ ਗਏ। ਨਾਲ ਹੀ ਗੁਰੂ ਜੀ ਦੀ ਤਲਵਾਰ ਵੀ ਟੁੱਟ ਗਈ। ਪੀਰੀ ਦੀ ਤਲਵਾਰ ਨਾਲ ਮਾਰਨਾ ਯੋਗ ਨਾ ਜਾਣ ਹੱਥੀਂ ਪਕੜ ਲਿਆ ਤੇ ਪਟਕਾ ਕੇ ਮਾਰਿਆ ਤੇ ਉਸਨੇ ਡਿੱਗਦੇ ਹੀ ਪ੍ਰਾਣ ਛੱਡ ਦਿੱਤੇ। ਗੁਰੂ ਜੀ ਨੇ ਜੈਕਾਰਾ ਛੱਡਿਆ, ਜੈ ਹੋਈ ਸਤਿਗੁਰੂ ਨਾਨਕ ਦੇਵ ਜੀ ਦੀ। ਜੰਗ ਦਾ ਸਾਰਾ ਮੈਦਾਨ ਗੁਰੂ ਜੀ ਦੇ ਹੱਥ ਰਿਹਾ। ਉਸ ਸਮੇਂ ਰਾਤ ਪੈ ਜਾਣ ਕਰਕੇ ਗੁਰੂ ਜੀ ਸਿੱਖ ਜਥਿਆਂ ਤੋਂ ਓਹਲੇ ਹੋ ਗਏ ਤੇ ਨਾ ਦੱਸੇ। ਸੰਗਤਾਂ ਵਿੱਚ ਚਿੰਤਾ ਦੀ ਲਹਿਰ ਦੌੜੀ ਤੇ ਹਰ ਪ੍ਰਕਾਰ ਦੀਆਂ ਸੋਚਾਂ ਸਿੱਖ ਸੋਚਣ ਲੱਗੇ। ਪਰ ਉੱਧਰੋਂ ਪਿੰਡੋਂ ਸ਼ੀਹੇ ਚੌਧਰੀ ਨੇ ਹਨੇਰਾ ਜਾਣ ਮਿਸਾਲਾਂ ਭੇਜ ਦਿੱਤੀਆਂ। ਮਿਸਾਲਾਂ ਆ ਜਾਣ ਉੱਤੇ ਜਦ ਗੁਰੂ ਜੀ ਦੇ ਦਰਸ਼ਨ ਹੋਏ ਤਾਂ ਖੁਸ਼ੀ ਦੇ ਜੈਕਾਰੇ ਛੱਡੇ ਗਏ। ਰਾਤ ਭਰ ਆਰਾਮ ਕਰਨ ਉਪਰੰਤ ਗੁਰੂ ਜੀ ਨੇ ਮੁਸਲਮਾਨਾਂ ਲਈ ਕਬਰਾਂ ਬਣਵਾਈਆਂ ਤੇ ਸਿੱਖਾਂ ਦਾ ਬਿਆਸਾ ਦੇ ਵਗਦੇ ਜਲ ਵਿੱਚ ਪ੍ਰਵਾਹ ਕਰ ਦਿੱਤਾ। ਅਬਦੁੱਲਾ ਖਾਨ, ਉਸ ਦੇ ਪੁੱਤਰਾਂ ਤੇ 5 ਸੈਨਾਪਤੀਆਂ ਦੀ ਇੱਕੋ ਥਾਂ ਹੀ ਕਬਰ ਬਣਾਈ ਗਈ। ਜਦ ਆਗਰੇ ਇਸ ਜੰਗ ਦੀ ਖਬਰ ਪੁੱਜੀ ਤਾਂ ਗੁੱਸੇ ਵਿੱਚ ਸ਼ਾਹਜਹਾਨ ਨੇ ਹਰਗੋਬਿੰਦਪੁਰ ਢਾਉਣ ਦਾ ਹੁਕਮ ਭੇਜਿਆ। ਪਰ ਜਦ ਵਜ਼ੀਰ ਖਾਂ ਤੇ ਦਾਰਾ ਸ਼ਿਕੋਹ ਨੇ ਪੂਰੀ ਗੱਲ ਦੱਸੀ ਤਾਂ ਸ਼ਾਹਜਹਾਨ ਨੇ ਅਬਦੁੱਲਾ ਖਾਂ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਤੇ ਕਿਹਾ ਕਿ ਉਸਨੇ ਫਜ਼ੂਲ ਜੰਗ ਕਿਉਂ ਲੜੀ। ਇਹ ਵੀ ਕਿਹਾ ਜਾਂਦਾ ਹੈ ਕਿ ਜਦ ਵਜ਼ੀਰ ਖਾਂ ਨੇ ਦੱਸਿਆ ਕਿ ਹਰਗੋਬਿੰਦਪੁਰ ਵਿੱਚ ਗੁਰੂ ਜੀ ਨੇ ਇੱਕ ਮਸੀਤ ਵੀ ਬਣਾਈ ਹੈ ਤਾਂ ਸ਼ਾਹਜਹਾਨ ਬਹੁਤ ਹੀ ਪ੍ਰਭਾਵਿਤ ਹੋਇਆ। ਸ਼ਾਹਜਹਾਨ ਦਾ ਕਹਿਣਾ ਸੀ ਕਿ ਉਸ ਦੀ ਇਜਾਜ਼ਤ ਬਗੈਰ ਯੁੱਧ ਕਿਉਂ ਕੀਤਾ ਗਿਆ। ਇਸ ਜੰਗ ਨੇ ਦੁਆਬੇ ਦੇ ਸਾਰੇ ਹੀ ਇਲਾਕੇ ਵਿੱਚ ਸਿੱਖੀ ਲਈ ਉਤਸ਼ਾਹ ਵਧਾਇਆ। ਲੋਕਾਂ ਵਿੱਚ ਸਾਹਸ ਜਾਗਿਆ ਤੇ ਉਹਨਾਂ ਗੁਰੂ ਦੀ ਫੌਜ ਵਿੱਚ ਧਰਮ ਹਿੱਤ ਯੁੱਧ ਕਰਨ ਲਈ ਜਵਾਨੀਆਂ ਭੇਟ ਕੀਤੀਆਂ। ਅਬਦੁੱਲਾ ਖਾਂ ਦੇ ਖਤਮ ਹੋ ਜਾਣ ਨਾਲ ਜਲੰਧਰ ਦੁਆਬ ਵਿੱਚ ਜ਼ਾਲਮਾਂ ਦਾ ਵੀ ਅੰਤ ਹੋਇਆ। ਕੁਝ ਸੁਖਾਵਾਂ ਸਮਾਂ। ਹਰਗੋਬਿੰਦਪੁਰ ਦੀ ਦੀਵਾਰ ਉਸਾਰਨੀ। ਗੁਰੂ ਜੀ ਨੇ ਹਰਗੋਬਿੰਦਪੁਰ ਦੀ 4 ਦੀਵਾਰੀ ਨੂੰ ਮੁਕੰਮਲ ਕਰਕੇ ਦੀਵਾਨ ਸਜਾਇਆ ਤੇ ਲੰਗਰ ਕੀਤਾ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਬੁਲਵਾ ਕੇ ਜੋੜ ਮੇਲੇ ਕੀਤੇ। ਉੱਥੇ ਹੀ ਭਾਈ ਸੁਭਾਗ ਨੇ 5 ਇਰਾਕੀ ਘੋੜੇ ਪੇਸ਼ ਕੀਤੇ। ਉਹਨਾਂ ਵਿੱਚੋਂ ਇੱਕ ਘੋੜਾ ਆਪ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ, ਇੱਕ ਸੂਰਜਮਲ ਨੂੰ, ਇੱਕ ਭਾਈ ਬਿਧੀ ਚੰਦ ਨੂੰ ਦਿੱਤਾ ਤੇ 2 ਆਪਣੇ ਪਾਸ ਰੱਖੇ। ਗੁਰੂ ਹਰਗੋਬਿੰਦ ਜੀ ਨੇ ਜਿੱਥੇ ਭਗਵਾਨ ਦਾਸ ਦਾ ਘਰ ਸੀ ਉਸ ਨੂੰ ਮਸੀਤ ਬਣਾ ਦਿੱਤਾ। ਇੱਕ ਮਸੀਤ ਉਹ ਪਹਿਲਾਂ ਬਣਾ ਚੁੱਕੇ ਸਨ। ਬਾਣੀ ਦਾ ਸਤਿਕਾਰ। ਇਹ ਠੀਕ ਹੈ ਕਿ ਗੁਰੂ ਹਰਗੋਬਿੰਦ ਜੀ ਨੇ ਕੋਈ ਬਾਣੀ ਨਹੀਂ ਉਚਾਰੀ, ਪਰ ਇਤਿਹਾਸ ਨੂੰ ਗੌਰ ਨਾਲ ਪੜ੍ਹਨ ਵਾਲੇ ਜਾਣਦੇ ਹਨ ਕਿ ਗੁਰੂ ਜੀ ਹਰ ਸਮੇਂ ਬਾਣੀ ਨੂੰ ਉਪਦੇਸ਼ ਲਈ ਵਰਤਦੇ ਸਨ ਤੇ ਸਤਿਕਾਰ ਗੁਰੂ ਜਿਤਨਾ ਹੀ ਦਿੰਦੇ ਸਨ। ਜਦ ਵੀ ਦੀਵਾਨ ਲਗਾਉਂਦੇ, ਉੱਚੇ ਥਾਂ ਸਿੰਘਾਸਨ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ, ਆਪੂ ਸੰਗਤ ਵਿੱਚ ਹੀ ਬੈਠਦੇ। ਉਸ ਦੀ ਇੱਕ ਉਦਾਹਰਨ ਹਰਗੋਬਿੰਦਪੁਰ ਵਿੱਚ ਹੋਈ ਇੱਕ ਸਾਖੀ ਤੋਂ ਮਿਲਦੀ ਹੈ। ਗੁਰੂ ਜੀ ਕੀਰਤਨ ਉਪਰੰਤ ਉਪਦੇਸ਼ ਦੇ ਰਹੇ ਸਨ ਕਿ ਇੱਕ ਮਨਚਿਤ ਪਾਠ ਕਰਨ ਵਾਲੇ ਨੂੰ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਤੇ ਸ਼ੁੱਧ ਪਾਠ ਹਿਰਦਾ ਸ਼ੁੱਧ ਕਰਦਾ ਹੈ ਤੇ ਸਦੀਵੀ ਪ੍ਰਭਾਵ ਪਾਉਂਦਾ ਹੈ। ਉੱਥੇ ਸੁਭਾਵਕ ਹੀ ਗੁਰੂ ਪਾਤਸ਼ਾਹ ਨੇ ਕਿਹਾ, ਕੋਈ ਐਸਾ ਹੈ ਜੋ ਜਪੁ ਜੀ ਦਾ ਸ਼ੁੱਧ ਪਾਠ ਸੁਣਾਏ। ਭਾਈ ਗੋਪਾਲਾ ਜੀ ਨਿਮਰਤਾ ਸਹਿਤ ਅੱਗੇ ਵਧੇ। ਭਾਈ ਸਾਹਿਬ ਨੇ ਪਾਠ ਐਸੀ ਇਕਾਗਰਤਾ ਨਾਲ ਕੀਤਾ ਕਿ ਸੰਗਤਾਂ ਨੂੰ ਹੁਲਾਰਾ ਆਇਆ। ਗੁਰੂ ਜੀ ਵੀ ਪਾਠ ਸੁਣਦੇ ਪਵਾਂਦ ਵੱਲ ਸਰਕਦੇ ਗਏ। 5 ਪੈਸੇ ਤੇ ਨਲਿਓਰ ਵੀ ਮੰਗਵਾ ਲਿਆ, ਇੱਥੋਂ ਤੱਕ ਕਿ ਉਹ ਮੰਜੇ ਤੋਂ ਉਤਰਨ ਹੀ ਲੱਗੇ ਸਨ ਪਰ ਇੱਕਦਮ ਰੁਕ ਗਏ। ਇਤਨੇ ਚਿਰ ਵਿੱਚ ਭਾਈ ਗੋਪਾਲਾ ਜੀ ਨੇ ਜਪੁ ਜੀ ਦੀ ਸਮਾਪਤੀ ਦਾ ਸ਼ਲੋਕ ਪੜ੍ਹਿਆ ਅਤੇ ਗੁਰੂ ਜੀ ਨੇ ਸ਼ਬਦ ਅੱਗੇ ਸਿਰ ਝੁਕਾਇਆ। ਫਿਰ ਆਗਿਆ ਕੀਤੀ ਕਿ ਭਾਈ ਸੁਭਾਗੇ ਦੇ ਲਿਆਂਦੇ ਚੀਨੇ ਘੋੜੇ ਉੱਤੇ ਕਾਠੀ ਪਾ ਕੇ ਭਾਈ ਜੀ ਨੂੰ ਅਰਪ ਦਿਓ। ਇਹ ਆਖ ਭਾਈ ਗੋਪਾਲਾ ਜੀ ਨੂੰ ਸੰਬੋਧਨ ਕੀਤਾ, ਲੈ ਭਾਈ, ਤੇਰੀ ਇੱਛਾ ਅਨੁਸਾਰ ਘੋੜਾ ਹਾਜ਼ਰ ਹੈ। ਲੈ ਤਾਂ ਗੁਰਿਆਈ ਹੀ ਚੱਲਿਆ ਸੈਂ, ਪਰ ਤੇਰੇ ਭਾਗ।
आखिरी पौड़ी उत्ते पुज चीने दा संकल्प कर बैठे। सारिਆਂ देखिया है कि जद तू पाठ कर रहा सैं असी मंजा छड़ रहे सां। जे एक मन चित इकागर सारा पाठ कर जांदो तां गुरियाई दा हकदार सैं। रब नूं संसारी रसां विच वटा लिया, सो भाई घोड़ा हाज़र है। भाई गोपाला ने मत्था टेक अपने मन की दशा दसी। यह साखी एक नहीं कितने ही गुज्जे भाव अपने विच छुपाई बैठी है। एक यह गुरगद्दी किसी की विरासत नहीं है, ना ही खानदानी वस्तु है, जो घाले सो पाए। दूजे शब्द जिस दे हिरदे वस जाए वह गुरु पास बैठण योग हो जाता है अते अपने मन एक चित शब्द गाउण वाला गुरु समान ही है। तीजे गुरु जी शक्ति नाल भगती नूं भी उतना ही सत्कार दिंदे हन। जे योधियां नूं सत्कारदे सन तां शब्द पढ़न सुनन वालियां नूं भी घट दर्जा नहीं सन दिंदे। उत्थे यह भी फरमाया सी, शुद्ध पाठ जप जी करे सो तर है भू पार। गुरु जी की वडियाई। भावें शाहजहान दे फरमान जारी हो चुके सन कि कोई मुसलमान किसी दूजे धर्म का धारनी नहीं हो सकता ते तबलीग करन वाले नूं किहड़ियां सजावां मिलणगियां, पर गुरु जी उत्ते जान वारन लई हिंदू मुसलमान तुरी ही आउंदे सन। अनवर खान, ख्वाजा रोशन, जानी शाह अनेकां विचों कुछ उदाहरणां हन। ख्वाजा रोशन ने गुरु जी की वडियाई सुनी। वह गुरु जी पास आया तो गुरु जी के घोड़ियां की सेवा ते लग पिया। दीदार करके आनंद लिया करे। एक दिन सतगुरु घोड़े उत्ते सवार हो जान लगे तो उसने महसूस किया कि गुरु जी उस तो दूर हो जाणगे। यह ख्याल करके ही वह गुरु जी के घोड़े के पिछे दौड़न लग पिया। कई को जद गुरु जी का पिछा करके फिर उन्हां पास पुजा तो महाराज ने प्रसन्न होकर गल नाल लगाया तो अंग संग वाहिगुरु सहाई होने की असीस दिती। उसकी घाल थाए पई आख के दुआबे विच प्रचार करन लई कहा। उसने नगर नगर फिर के सिक्खी का प्रचार किया ते अपना केंद्र मऊ पिंड नूं बना लिया। उसकी कबर भी उत्थे ही है। जानी को जानी मिला दो। सैयद शाह जो हज़रत मुहम्मद साहिब की संतान विचों सी भी भटक रहा सी ते तलाश विच सी कि उसनूं शांति मिले। कई सूफी फकीरां की संगत कर चुका सी, पर भटकना उसी तरह कायम सी। उसने अपनी भटकना की गल एक होर जग्यासू नूं दसी तो उस जग्यासू ने ख्वाजा रोशन की दस पाई। ख्वाजा रोशन ने कहा कि जे अजे तक जानी नूं जानी प्यारा अल्लाह नहीं मिलिया तो वह सिर्फ गुरु हरगोबिंद तलवार दे तस्बी वाले कोलों ही मिलेगा। उसने हैरानी नाल पुछया कि तलवार ते तस्बी किवें उसनूं जानी मिला सकते हैं। गुरु वार्तावां उसने सुनिया तां जानी को जानी मिला दो जी पुकारदा गुरु दर ते आया। ख्वाजा रोशन ने उसके मन विच यह गल पक्की तरह पा दी सी कि जे कोई मंगता दाते दे दर जाए तो आवाज़ां देवे तां मालक अर्ज जरूर सुनेगा। भावें धक्के मारे ते भावें धीर देवे, दोवां ही हालतां विच छू तां मिल ही जाएगी। वह गुरु टिकाणे दे दर अगे सच्ची मुच्ची बैठ यह ही पुकारदा रहा, जानी को जानी मिला दो। गुरु जी ने भी अपनी मौज विच जान बुझ के ध्यान ना दिता अते पुछ गिछ भी ना कीती। पहला घोड़े दे सुम्मां नाल ठुड मारे, फिर जिथे वह बैठा सी उत्थे इट्टां खड़ियां कराउणियां आरंभ कर दित्तियां, पर वह अपनी थां तो ना हिलिया ते पुकारी ही गया, जानी को जानी मिला दो। जो सिख उत्थों लंघे उसनूं यह सुनेहा पहुँचाउण लई आखी जाए। जद दवार देख भी वह पिछे ना हटिया तो गुरु जी ने रुपयां दी थैली भेजी। उसने रुपयां वाल देख सिर्फ इतना ही आख्या, जानी को जानी मिला दो जी। गुरु जी ने भी हुण सुनेहा भेजिया कि उसनूं आखो कि जे इतनी जल्दी सू तां दरिया विच छाल मार देवे। इतना सुणना सी कि जानी दरिया वाल ना सुठिया। गुरु जी ने उसके पिछे सिख घोड़े ते दौड़ाया, जो पकड़ के गुरु जी पास उसनूं लै आया। गुरु जी ने बख्शिश की ते प्रचार के कंमां विच लगा दिता। गुरु जी यह प्रगटाउणा चाहुंदे सन कि परमात्मा उसे नूं ही मिलदा है जो दुख विच सुख मना सकदा है, जो कष्टां विच मुस्कुरा सकदा है, जो रिधियां सिद्धियां नूं ठुकरा सकदा है ते सब तो उत्ते अपना आप मिटा सकदा है। उत्थों ही भाई गड़िया नूं कश्मीर प्रचार लई भेजिया। भाई गड़िया उदारता पर उपकारता ते निमरता दी मूरत सन। कश्मीर विच उसने सिੱਖੀ ਦੇ प्रचार के कई केंद्र बनाए।
ਭਾਈ ਗੜੀਆ ਜੀ ਨੇ ਸ਼ਾਹ ਦੌਲਾ ਨੂੰ ਜੰਗ ਦੀਆਂ ਵਾਰਤਾਵਾਂ ਸੁਣਾਈਆਂ। ਭਾਵੇਂ ਉਹ ਗੁਰੂ ਹਰਗੋਬਿੰਦ ਜੀ ਦੇ ਦਰਸ਼ਨ ਕਰ ਚੁੱਕਾ ਸੀ, ਪਰ ਜੰਗਾਂ ਦੀ ਵਾਰਤਾ ਸੁਣ ਕੇ ਉਸ ਕਈ ਪ੍ਰਕਾਰ ਦੇ ਸ਼ੰਕੇ ਕੀਤੇ। ਭਾਈ ਜੀ ਨੇ ਸਮਝਾਇਆ, ਗੁਰੂ ਹਰਗੋਬਿੰਦ ਤੁਰਕਾਂ ਨੂੰ ਅਨੀਤੀ ਤੋਂ ਹਟਾ ਰਹੇ ਹਨ। ਸ਼ਾਹ ਦੌਲਾ ਭਾਈ ਜੀ ਦੀ ਕਰਨੀ ਤੇ ਕਥਨੀ ਤੋਂ ਐਸਾ ਪ੍ਰਭਾਵਿਤ ਹੋਇਆ ਕਿ ਉਸਨੇ ਆਪਣੇ ਯਤਨ ਨਾਲ ਬਹੁਤ ਮਾਇਆ ਇਕੱਠੀ ਕਰਕੇ ਭੇਜੀ। ਭਾਈ ਜੀ ਨੇ ਇੱਕ ਦਮੜੀ ਵੀ ਆਪਣੇ ਪਾਸ ਨਾ ਰੱਖੀ ਤੇ ਮਾਇਆ ਗੁਰੂ ਜੀ ਪਾਸ ਭੇਜ ਦਿੱਤੀ। ਭਾਈ ਜੀ ਦੇ ਭਾਵੇਂ ਆਪਣੇ ਬਸਤਰ ਫਟੇ ਹੋਏ ਸਨ, ਪਰ ਉਹਨਾਂ ਪੋਸ਼ਾਕ ਲਈ ਵੀ ਮਾਇਆ ਨਾ ਵਰਤੀ। ਸ਼ਾਹ ਦੌਲਾ ਹੋਰ ਵੀ ਹੈਰਾਨ ਹੋਇਆ ਤੇ ਇੱਕ ਪੋਸ਼ਾਕਾ ਬਣਵਾ ਦਿੱਤਾ। ਉਸ ਸਮੇਂ ਦੇਵਨੇਤ ਨਾਲ ਹੋਰ ਲੋੜਵੰਦ ਉੱਥੇ ਆ ਗਿਆ ਤੇ ਭਾਈ ਜੀ ਨੇ ਪੋਸ਼ਾਕ ਉਸ ਨੂੰ ਪਹਿਨਾ ਦਿੱਤੀ। ਸ਼ਾਹ ਦੌਲਾ ਨੇ ਖਿੱਝ ਕੇ ਕਿਹਾ, ਦਿਖਾਵਾ ਚੰਗਾ ਨਹੀਂ। ਭਾਈ ਜੀ ਨੇ ਨਿਮਰਤਾ ਨਾਲ ਸਮਝਾਇਆ, ਮੇਰੇ ਤੋਂ ਵੱਧ ਉਸ ਨੂੰ ਲੋੜ ਸੀ, ਦਿਖਾਵੇ ਦੀ ਕੋਈ ਗੱਲ ਨਹੀਂ, ਮੈਨੂੰ ਤਾਂ ਹੋਰ ਵੀ ਮਿਲ ਜਾਏਗਾ, ਪਰ ਇਸ ਨੂੰ ਕਿਸੇ ਨੇ ਨਹੀਂ ਦੇਣਾ। ਸ਼ਾਹ ਦੌਲਾ ਬਹੁਤ ਹੀ ਪ੍ਰਭਾਵਿਤ ਹੋਇਆ। ਵਿਸ਼ਵਾਸ ਦੀ ਹੱਦ। ਬਟਾਲੇ ਦਾ ਇੱਕ ਹੰਕਾਰੀ ਪੰਡਤ ਨਿਤਾਨੰਦ ਗੁਰੂ ਜੀ ਨਾਲ ਸ਼ਾਸਤਰ ਚਰਚਾ ਛੇੜਨ ਲਈ ਪੁੱਜਾ ਤੇ ਸਿੱਖਾਂ ਤੇ ਵਿਦਿਆ ਦਾ ਪ੍ਰਭਾਵ ਪਾਉਣ ਲਈ ਗਰੁੜ ਪੁਰਾਣ ਦੀ ਗੱਲ ਛੇੜ ਬੈਠਾ। ਉਸਨੇ 360 ਦਿਨਾਂ ਦੇ ਸਫ਼ਰ ਦੀ ਵਿਆਖਿਆ ਕੀਤੀ ਜੋ ਆਤਮਾ ਨੂੰ ਮਰਨ ਪਿੱਛੋਂ ਕਰਨਾ ਪੈਂਦਾ ਹੈ। ਇਹ ਸੁਣ ਕੇ ਇੱਕ ਸਿੱਖ ਸੁੰਦਰ ਜੀ ਨੇ ਕਿਹਾ, ਗੁਰੂ ਦੀ ਮਿਹਰ ਸਦਕਾ ਮੈਂ ਉਹ ਸਾਰਾ ਸਫ਼ਰ 12 ਘੰਟਿਆਂ ਵਿੱਚ ਕਰ ਸਕਦਾ ਹਾਂ। ਭਾਈ ਲਾਲ ਜੀ ਨੇ ਕਿਹਾ, ਮੈਂ ਉਸ ਸਫ਼ਰ ਨੂੰ 3 ਘੰਟਿਆਂ ਵਿੱਚ ਕਰ ਸਕਦਾ ਹਾਂ। ਭਾਈ ਨਿਹਾਲਾ ਜੀ ਨੇ ਕਿਹਾ, ਉਸ ਪੈਂਡੇ ਪੈਣ ਦੀ ਲੋੜ ਹੀ ਕੀ ਹੈ, ਸਿੱਖ ਤਾਂ ਸਿੱਧਾ ਹੀ ਵਾਹਿਗੁਰੂ ਪਾਸ ਪੁੱਜਦਾ ਹੈ। ਜਹ ਪੈਂਡੇ ਲੂਟੀ ਪਨਿਹਾਰੀ, ਸੋ ਮਾਰਗ ਸੰਤਾਨ ਦੁਰਾਰੀ। ਸਤਿਗੁਰ ਪੂਰੇ ਸਾਚ ਕਹਿਆ, ਨਾਮ ਤੇਰੇ ਕੀ ਮੁਕਤੇ, ਬੀਥੀ ਜਮ ਕਾ ਮਾਰਗ ਦੂਰ ਰਹਿਆ। ਨਿਤਾਨੰਦ ਨੂੰ ਜਦ ਗੁੱਸੇ ਵਿੱਚ ਕਿਹਾ, ਇਹ ਸਭ ਕੀ ਹੈ, ਤਾਂ ਗੁਰੂ ਹਰਗੋਬਿੰਦ ਜੀ ਨੇ ਫਰਮਾਇਆ ਕਿ ਇਹ ਠੀਕ ਹੈ ਤੇ ਜੋ ਗੁਰੂ ਭਗਤ ਹਨ ਉਹਨਾਂ ਲਈ ਇਹ ਰਾਹ ਨਹੀਂ ਹਨ। ਬਾਦਸ਼ਾਹ ਦੇ ਸਾਥੀ ਨੂੰ ਕਰਮਚਾਰੀ ਤੋਂ ਪੁੱਛਣ ਦੀ ਲੋੜ ਨਹੀਂ, ਉਸ ਦੀ ਸਿੱਧੀ ਪਹੁੰਚ ਬਾਦਸ਼ਾਹ ਤੱਕ ਹੈ। ਜਾਣੂ ਪੁਰਸ਼ ਬੰਦਸ਼ਾਂ ਵਿੱਚ ਨਹੀਂ ਪੈਂਦੇ, ਇਸੇ ਤਰ੍ਹਾਂ ਭਲੇ ਪੁਰਸ਼ ਇਹਨਾਂ ਕਸ਼ਟਾਂ ਵਿੱਚ ਨਹੀਂ ਪੈਂਦੇ। ਨਾਲੇ ਜੋ ਪੁਰਸ਼ ਪੈਦਲ ਹੈ ਉਸ ਨੂੰ ਸਮਾਂ ਬਹੁਤ ਲੱਗਦਾ ਹੈ, ਜੋ ਘੋੜੇ ਉੱਤੇ ਹੈ ਉਸ ਨੂੰ ਉਸ ਤੋਂ ਘੱਟ, ਅਤੇ ਜੇ ਕੋਈ ਹੋਰ ਕਿਸੇ ਤੇਜ਼ ਸਵਾਰੀ ਉੱਤੇ ਹੈ ਤਾਂ ਹੋਰ ਛੇਤੀ ਪੈਂਡਾ ਤੈਅ ਕਰ ਲਵੇਗਾ। ਸੋ ਜੋ ਸ਼ਬਦ ਦਾ ਸਹਾਰਾ ਰੱਖਦੇ ਹਨ ਉਹਨਾਂ ਦਾ ਆਉਣ ਜਾਣ ਮਿਟ ਜਾਂਦਾ ਹੈ। ਆਤਮਕ ਹਨੇਰੇ ਕਰਕੇ ਹੀ ਆਉਣ ਜਾਣ ਹੁੰਦਾ ਹੈ ਤੇ ਠੇਡੇ ਲੱਗਦੇ ਹਨ। ਗੁਰੂ ਅਰਜਨ ਜੀ ਦਾ ਫਰਮਾਨ ਹੈ, ਤਪਤ ਕੜਾ ਬੁੱਝ ਗਿਆ, ਗੁਰ ਸੀਤਲ ਨਾਮ ਦਿਓ। ਨਿਤਾਨੰਦ ਨੇ ਸਿਰ ਝੁਕਾਇਆ, ਸਿੱਖੀ ਧਾਰਨ ਕੀਤੀ ਅਤੇ ਬੇਨਤੀ ਕੀਤੀ, ਮੈਨੂੰ ਇੱਕ ਤਾਂ ਜਾਤ ਦਾ ਹੰਕਾਰ ਸੀ ਤੇ ਦੂਜਾ ਵਿਦਵਤਾ ਦਾ। ਤੁਸਾਂ ਨਜ਼ਰਾਂ ਦਿੱਤੀਆਂ ਹਨ, ਉੱਥੇ ਹੀ ਭਗਵਾਨ ਦਾਸ ਗੁਮਟਾਲੀਆ, ਨਰੈਣ ਦਾਸ ਪੰਡੋਰੀ ਵਾਲਾ ਤੇ ਲਾਲ ਦਾਸ ਸਿੱਖ ਬਣੇ। ਬਾਬਾ ਬੁੱਢਾ ਜੀ ਦਾ ਚੜ੍ਹਾਈ ਕਰਨਾ। ਬਾਬਾ ਬੁੱਢਾ ਜੀ ਦੀ ਉਮਰ ਉਸ ਸਮੇਂ 125 ਸਾਲ ਸੀ। ਉਹ ਇੱਕੋ ਇੱਕ ਐਸੇ ਹੀ ਸਿੱਖ ਸਨ ਜਿਨ੍ਹਾਂ 5 ਗੁਰੂ ਵਿਅਕਤੀਆਂ ਦੇ ਦਰਸ਼ਨ ਕੀਤੇ ਸਨ ਤੇ 5 ਨੂੰ ਗੁਰਤਿਲਕ ਬਖਸ਼ਿਆ ਸੀ। ਸਿੱਖ ਘਰ ਵਿੱਚ ਉਹਨਾਂ ਨੂੰ ਬਹੁਤ ਹੀ ਉੱਚਾ ਸਥਾਨ ਦਿੱਤਾ ਜਾਂਦਾ ਸੀ। ਬਾਬਾ ਬੁੱਢਾ ਜੀ ਨੇ ਅੰਤਿਮ ਸਮਾਂ ਨੇੜੇ ਜਾਣ ਪਿੰਡ ਦੇ ਸ਼ਾਹੂਕਾਰ ਨੂੰ ਰਾਮਦਾਸ ਤੋਂ ਗੁਰੂ ਹਰਗੋਬਿੰਦ ਜੀ ਵੱਲ ਭੇਜਿਆ ਕਿ ਗੁਰੂ ਜੀ ਨੂੰ ਕੱਲ੍ਹ ਬੁਲਵਾਇਆ ਜਾਏ। ਗੁਰੂ ਹਰਗੋਬਿੰਦ ਜੀ ਇਹ ਸੁਨੇਹਾ ਸੁਣਦੇ ਹੀ ਬਾਬਾ ਬੁੱਢਾ ਜੀ ਪਾਸ ਪੁੱਜੇ ਤੇ ਫਰਮਾਇਆ, ਤੁਸੀਂ 5 ਗੁਰੂਆਂ ਦੇ ਨਿਕਟ ਰਹੇ ਹੋ, ਮੈਨੂੰ ਉਪਦੇਸ਼ ਦਿਓ। ਬਾਬਾ ਬੁੱਢਾ ਜੀ ਦੇ ਨੇਤਰਾਂ ਵਿੱਚ ਜਲ ਆ ਗਿਆ ਤੇ ਕਹਿਣ ਲੱਗੇ, ਪਾਤਸ਼ਾਹ ਤੁਸੀਂ ਸੂਰਜ ਹੋ, ਮੈਂ ਇੱਕ ਜੁਗਨੂ ਹਾਂ। ਮੈਂ ਤਾਂ ਤੁਹਾਡਾ ਚਾਕਰ ਹਾਂ ਤੇ ਚਾਕਰੀ ਕਰਕੇ ਆਨੰਦ ਲੈਂਦਾ ਰਿਹਾ ਹਾਂ। ਸਾਰੀਆਂ ਬਰਕਤਾਂ ਦੇ ਆਪ ਮਾਲਕ ਹੋ। ਹੁਣ ਭਾਨੇ ਬਾਬਾ ਬੁੱਢਾ ਜੀ ਦਾ ਪੁੱਤਰ ਦਾ ਹੱਥ ਪਕੜੋ। ਗੁਰੂ ਜੀ ਨੇ ਫਿਰ ਕਿਹਾ, ਤੁਹਾਡੇ ਹਿਰਦੇ ਵਿੱਚ ਗੁਰੂ ਸ਼ਬਦ ਹੈ। ਗੁਰੂ ਅਰਜਨ ਜੀ ਨੇ ਕਿਹਾ ਹੈ, ਜਿਨ੍ਹਾਂ ਗੁਰੂ ਨਾਨਕ ਸੁਣਿਆ ਪੇਖਿਆ ਹੈ ਉਹ ਕਿਸੇ ਸੰਕਟ ਵਿੱਚ ਨਹੀਂ ਆਉਂਦੇ। ਤੁਸੀਂ ਸੁਭਾਗੇ ਹੋ ਜਿਨ੍ਹਾਂ ਗੁਰੂ ਨਾਨਕ ਜੀ ਦੀ ਸੰਗਤ ਮਾਣੀ ਹੈ। ਅਗਲੇ ਦਿਨ ਬਾਬਾ ਬੁੱਢਾ ਜੀ ਨੇ ਤੜਕਸਾਰ ਜਪਜੀ ਦਾ ਪਾਠ ਕੀਤਾ ਤੇ ਗੁਰੂ ਨੂੰ ਹਿਰਦੇ ਰੱਖ ਚੜ੍ਹਾਈ ਕਰ ਗਏ। ਜਿਸ ਪ੍ਰਕਾਰ ਬਾਬਾ ਬੁੱਢਾ ਜੀ ਨੇ ਸਵਾਸ ਛੱਡੇ, ਸਾਰਿਆਂ ਨੇ ਵਧਾਈਆਂ ਦਿੱਤੀਆਂ। ਗੁਰੂ ਹਰਗੋਬਿੰਦ ਜੀ ਨੇ ਆਪਣੇ ਹੱਥੀਂ ਸੰਸਕਾਰ ਕੀਤਾ। ਗੁਰੂ ਬਿਲਾਸ ਲਿਖਦਾ ਹੈ ਕਿ ਚਿਖਾ ਉੱਪਰ ਜਬ ਹੀ ਧਰੀ, ਸਾਹਿਬ ਬੁੱਢੇ ਦੇ ਹਰਗੋਬਿੰਦ ਕੇ ਨੈਣ ਤੇ ਚਲਿਓ ਨੀਰ ਸਨੇ। ਉੱਥੋਂ ਗੁਰੂ ਜੀ ਕਰਤਾਰਪੁਰ ਚਲੇ ਗਏ। ਗੁਰੂ ਨਾਨਕ ਜੀ ਦੇ ਪੋਤਰੇ ਭਾਈ ਧਰਮਚੰਦ ਜੀ ਨੂੰ ਚੇਚੇ ਮਿਲਣ ਗਏ ਤੇ ਭੇਟਾ ਵਜੋਂ 1000 ਰੁਪਇਆ ਅੱਗੇ ਰੱਖਿਆ। ਭਾਈ ਧਰਮਚੰਦ ਤੇ ਮਿਹਰਚੰਦ ਦੇ ਪੁੱਤਰਾਂ ਨੂੰ ਵੀ ਸਨਮਾਨ ਦਿੱਤਾ ਤੇ ਸਿਰੋਪੇ ਦਿੱਤੇ।
ਬਾਬਾ ਸ਼੍ਰੀ ਚੰਦ ਜੀ ਦੀ ਮਿਲਣੀ। ਉੱਥੋਂ ਹੀ ਬਾਬਾ ਸ਼੍ਰੀ ਚੰਦ ਨੂੰ ਮਿਲਣ ਚੱਲ ਪਏ। ਬਾਬਾ ਸ਼੍ਰੀ ਚੰਦ ਜੀ ਦਾ ਗੁਰੂ ਹਰਗੋਬਿੰਦ ਜੀ ਨੇ ਰੱਜ ਕੇ ਸਤਿਕਾਰ ਕੀਤਾ। ਆਪਣੇ ਪਾਸ ਗੁਰੂ ਨੂੰ ਦੇਖ ਉਹ ਪਹਿਲਾਂ ਤਾਂ ਹੈਰਾਨ ਹੋਏ, ਪਰ ਬਾਬਾ ਗੁਰਦਿੱਤਾ ਜੀ ਨੂੰ ਦੇਖ ਤਾਂ ਉਹ ਅਚਰਜ ਰਹਿ ਗਏ। ਬਾਬਾ ਗੁਰਦਿੱਤਾ ਜੀ ਦਾ ਮੂੰਹ ਮੁਹਾਂਦਰਾ ਹੂਬਹੂ ਗੁਰੂ ਨਾਨਕ ਜੀ ਨਾਲ ਮਿਲਦਾ ਸੀ। ਸੋ ਬਾਬਾ ਸ਼੍ਰੀ ਚੰਦ ਜੀ ਨੇ ਪੁੱਛਿਆ ਕਿ ਕਿਤਨੇ ਸਾਹਿਬਜ਼ਾਦੇ ਹਨ। ਗੁਰੂ ਜੀ ਨੇ ਕਿਹਾ 4 ਸਪੂਤ ਤੇ 1 ਸਪੁੱਤਰੀ, ਇੱਕ ਚੜ੍ਹਾਈ ਕਰ ਗਿਆ ਹੈ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕੋਈ ਬਾਬੇ ਦਾ ਵੀ ਹੈ। ਗੁਰੂ ਜੀ ਨੇ ਫਰਮਾਇਆ ਸਭ ਹਾਜ਼ਰ ਹਨ। ਅੱਛਾ ਤਾਂ ਇਹ ਗੁਰਦਿੱਤਾ ਸਾਨੂੰ ਦੇ ਦਿਓ। ਗੁਰੂ ਜੀ ਨੇ ਖੁਸ਼ੀ ਨਾਲ ਸਪੂਤ ਅਰਪਣ ਕਰ ਦਿੱਤਾ। ਜਦ ਝੋਲ ਪਾਉਣ ਲੱਗੇ ਤਾਂ ਬਾਬਾ ਜੀ ਨੇ ਕਿਹਾ ਕਿ ਤੁਸੀਂ ਵੀ ਕੁਝ ਮੰਗੋ। ਤਾਂ ਗੁਰੂ ਜੀ ਨੇ ਕਿਹਾ ਕਿ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ। ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਅੱਛਾ 110 ਸਾਲ ਦੀ ਕਮਾਈ ਤੁਹਾਡੇ ਪੁੱਤਰ ਨੂੰ ਦਿੰਦੇ ਹਾਂ, ਤੁਹਾਡਾ ਵੀ ਟਿੱਕਾ ਤੇ ਸਾਡਾ ਵੀ ਟਿੱਕਾ। ਸੋ ਇਹ ਦੀਨ ਦੁਨੀ ਦਾ ਟਿੱਕਾ, ਸਮੁੰਦਰ ਵਿੱਚ ਨਦੀਆਂ ਪੈਣ ਵਾਂਗ ਇਹ ਫਕੀਰੀ ਤਪ ਵੀ ਤੁਹਾਡੇ ਘਰ ਜਾ ਰਹੀ। ਸੋ ਗੁਰੂ ਹਰਗੋਬਿੰਦ ਜੀ ਨੇ ਆਪਣੀ ਨਿਮਰਤਾ ਨਾਲ ਸਿੱਖੀ ਦੇ ਪ੍ਰਚਾਰ ਲਈ ਇੱਕ ਨਵਾਂ ਨਰੋਆ ਅੰਗ ਹਾਸਲ ਕਰ ਲਿਆ। ਗੁਰੂ ਰਾਮਦਾਸ ਜੀ ਨੇ ਨਿਮਰਤਾ ਦੀ ਹੱਦ ਦੱਸ ਕੇ ਬਾਬਾ ਸ਼੍ਰੀ ਚੰਦ ਜੀ ਦਾ ਗੁੱਸਾ ਠੰਡਾ ਕੀਤਾ ਸੀ, ਤਾਂ ਗੁਰੂ ਹਰਗੋਬਿੰਦ ਜੀ ਨੇ ਆਪਣਾ ਪੁੱਤਰ ਹਵਾਲੇ ਕਰਕੇ ਸਦੀ ਤੋਂ ਪਈ ਤਰੇੜ ਨੂੰ ਖਤਮ ਕਰ ਦਿੱਤਾ। ਗੁਰੂ ਹਰਗੋਬਿੰਦ ਜੀ ਦੀ ਇਹ ਦੇਣ ਸਿੱਖੀ ਦੇ ਵਾਧੇ ਲਈ ਕੰਮ ਆਈ। ਜਦ ਪੰਥ ਵਿਖੜੇ ਸਮੇਂ ਵਿੱਚ ਗਰਸ ਗਿਆ ਤਾਂ ਇਹ ਉਦਾਸੀ ਹੀ ਸਨ ਜਿਨ੍ਹਾਂ ਸਿੱਖੀ ਦਾ ਆਦਰਸ਼ ਘਰ ਘਰ ਪਹੁੰਚਾਇਆ। ਜਦ ਝਾੜ ਝਾੜ ਪੱਤਾ ਪੱਤਾ ਸਿੱਖਾਂ ਦਾ ਵੈਰੀ ਸੀ ਤਾਂ ਇਹ ਉਦਾਸੀ ਹੀ ਸਨ ਜੋ ਸਿੱਖੀ ਆਦਰਸ਼ ਤੇ ਸਿੱਖੀ ਆਸ਼ਾ ਤੇ ਸੂਰਮਿਆਂ ਦੀ ਗਾਥਾਵਾਂ ਇੱਕ ਦੂਜੇ ਤੱਕ ਪਹੁੰਚਾਉਂਦੇ ਹਨ। ਇਤਿਹਾਸ ਪੜ੍ਹਨ ਵਾਲਾ ਹੈਰਾਨ ਹੁੰਦਾ ਹੈ ਕਿ ਸਿੱਖ ਕਈ ਵਾਰੀ ਡਿੱਗੇ ਤੇ ਕਈ ਵਾਰੀ ਉੱਠੇ, ਪਰ ਉਹ ਕਿਹੜੀ ਸ਼ਕਤੀ ਹੈ ਜੋ ਇਸ ਲੋਹ ਨੂੰ ਜਗਦਾ ਰੱਖਦੀ ਸੀ ਹੋਰ ਗੁਣਾਂ ਦੇ ਨਾਲ ਨਾਲ। ਇੱਕ ਵਾਧਾ ਇਹ ਵੀ ਸੀ ਕਿ ਪ੍ਰਚਾਰਕ ਇਤਨੇ ਪੈਦਾ ਹੋ ਗਏ ਸਨ ਜਿਨ੍ਹਾਂ ਸਿੱਖੀ ਦੇ ਸੋਮੇ ਬੰਦ ਨਾ ਹੋਣ ਦਿੱਤੇ। ਸੋ ਬਾਬਾ ਸ਼੍ਰੀ ਚੰਦ ਜੀ ਦੀ ਗੁਰੂ ਹਰਗੋਬਿੰਦ ਜੀ ਨਾਲ ਮਿਲਣੀ ਇੱਕ ਇਤਿਹਾਸਿਕ ਘਟਨਾ ਹੈ। ਉੱਥੋਂ ਹੀ ਅੱਗੇ ਧੂਣੀਆਂ ਬਣੀਆਂ ਜਿਨ੍ਹਾਂ ਦੂਰ ਦਰਾਡੇ ਸਿੱਖੀ ਦਾ ਸੰਦੇਸ਼ ਪਹੁੰਚਾਇਆ। ਗੁਰੂ ਹਰਗੋਬਿੰਦ ਜੀ ਨੇ 4 ਧੂਣੀਆਂ ਦੇ ਮੁੱਖ ਬਾਬਾ ਅਲਮਸਤ ਜੀ, ਬਾਬਾ ਬਾਲੂ ਹਸਨਾ, ਭਾਈ ਮੋਇੰਦਾ ਤੇ ਬਾਬਾ ਫੂਲ ਜੀ ਨੂੰ ਬਾਬਾ ਗੁਰਦਿੱਤਾ ਜੀ ਦੇ ਹਵਾਲੇ ਕਰਦੇ ਕਿਹਾ ਸੀ ਕਿ ਜਿਸ ਇੱਕ ਓਮਕਾਰ ਦੀ ਮਹਿਮਾ ਗੁਰੂ ਨਾਨਕ ਦੇਵ ਜੀ ਨੇ ਗਾਈ ਹੈ ਅਤੇ ਸਾਨੂੰ ਮਿਲੀ ਹੈ, ਉਸੇ ਨੂੰ ਪ੍ਰਚਾਰਨ ਲਈ ਆਪ ਜੀ ਨੂੰ ਕਹਿ ਰਹੇ ਹਾਂ। ਇਸ ਨੂੰ ਥਾਂ ਥਾਂ ਪਹੁੰਚਾਓ ਤੇ ਧਰਮਸ਼ਾਲਾ ਕਾਇਮ ਕਰੋ। ਗੁਰੂ ਅਸਥਾਨਾਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਕਰੋ। ਅੰਮ੍ਰਿਤਸਰ ਵਿੱਚ ਵਿਸਾਖੀ। ਬਾਬਾ ਸ਼੍ਰੀ ਚੰਦ ਜੀ ਨੂੰ ਬਾਰਠ ਮਿਲ ਕੇ ਗੁਰੂ ਜੀ ਵਿਸਾਖੀ ਦਾ ਸਮਾਂ ਨੇੜੇ ਆਇਆ ਜਾਣ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਉਸੇ ਤਰ੍ਹਾਂ ਰੌਣਕਾਂ ਹੋਣ ਲੱਗ ਪਈਆਂ। ਗੁਰੂ ਜੀ ਨੇ ਪੈਂਦੇ ਖਾਂ ਨੂੰ ਵੀ ਅੰਮ੍ਰਿਤਸਰ ਬੁਲਾ ਲਿਆ। ਪੈਂਦੇ ਖਾਂ ਸਮੇਤ ਟੱਬਰ ਦੇ ਅੰਮ੍ਰਿਤਸਰ ਆ ਗਿਆ। ਉਸ ਦੀ ਲੜਕੀ ਭਾਵੇਂ ਛੋਟੀ ਸੀ ਪਰ ਸਿੱਖਾਂ ਨੂੰ ਕਈ ਵਾਰੀ ਮਜ਼ਾਕ ਕਰ ਜਾਂਦੀ ਸੀ। ਗੁਰੂ ਜੀ ਤੱਕ ਜਦ ਸਿੱਖਾਂ ਨੇ ਗੱਲ ਪਹੁੰਚਾਈ ਤਾਂ ਸਿੱਖਾਂ ਨੂੰ ਉਹਨਾਂ ਚੁੱਪ ਹੀ ਰਹਿਣ ਲਈ ਕਿਹਾ ਤੇ ਫਰਮਾਇਆ ਇਸ ਕੰਨਿਆ ਕਾਰਨ ਕਈ ਪਵਾੜੇ ਪੈਣੇ ਹਨ। ਅੰਮ੍ਰਿਤਸਰ ਹੀ ਬਾਬਾ ਗੁਰਦਿੱਤਾ ਜੀ ਦੇ ਘਰ ਬਾਬਾ ਧੀਰਮਲ ਦਾ ਜਨਮ ਸੰਨ 1630 ਵਿੱਚ ਹੋਇਆ। ਪ੍ਰਚਾਰ ਹਿੱਤ ਦੌਰੇ। ਵਿਸਾਖੀ ਕਰਕੇ ਅੰਮ੍ਰਿਤਸਰ ਤੋਂ ਗੁਰੂ ਜੀ ਵਡਾਲੀ ਗਏ। ਉੱਥੇ ਉਹਨਾਂ ਬਚਪਨ ਦੇ 5 ਸਾਲ ਗੁਜ਼ਾਰੇ ਸਨ। ਉੱਥੇ ਇੱਕ ਸੂਰ ਨੇ ਪੈਂਦੇ ਖਾਂ ਉੱਤੇ ਹੱਲਾ ਕਰ ਦਿੱਤਾ ਤੇ ਉਸ ਦਾ ਘੋੜਾ ਚੀਰ ਸੁੱਟਿਆ। ਪੈਂਦੇ ਖਾਂ ਨੂੰ ਵੀ ਮਾਰ ਮੁਕਾਉਣ ਹੀ ਲੱਗਾ ਸੀ ਕਿ ਗੁਰੂ ਜੀ ਨੇ ਸਰੋਹੀ ਨਾਲ ਸੂਰ ਨੂੰ ਮਾਰ ਮੁਕਾਇਆ। ਉੱਥੋਂ ਬਾਬਾ ਬੁੱਢਾ ਜੀ ਦੀ ਬੀੜ ਉੱਤੇ ਗਏ ਤੇ ਬੀੜ ਤੋਂ ਝਬਾਲ ਤੇ ਤਰਨ ਤਾਰਨ ਪੁੱਜੇ। ਤਰਨ ਤਾਰਨ ਤੋਂ ਸਰਹਾਲੀ ਤੇ ਫਿਰ ਖਾਂ ਛਾਪਰੀ ਉੱਤੇ। ਉੱਥੇ ਭਾਈ ਹਮੀਦੇ ਨੇ ਆਪਣੇ ਖੂਹ ਉੱਤੇ ਲਿਜਾ ਕੇ ਬਹੁਤ ਹੀ ਸੇਵਾ ਕੀਤੀ। ਹਮੀਦ ਨੇ ਗੁਰੂ ਅਰਜਨ ਜੀ ਦੀ ਵੀ ਬਹੁਤ ਸੇਵਾ ਕੀਤੀ ਸੀ। ਗੁਰੂ ਜੀ ਕੁਝ ਚਿਰ ਉੱਥੇ ਟਿਕੇ ਰਹੇ ਤੇ ਉੱਥੋਂ ਗੋਇੰਦਵਾਲ ਗਏ। ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ। ਗੋਇੰਦਵਾਲ ਵਿਖੇ ਹੀ ਭਾਈ ਗੁਰਦਾਸ ਜੀ ਦਾ ਟਿਕਾਣਾ ਸੀ। ਉਹਨਾਂ ਵੀ ਅੰਤਿਮ ਸਮਾਂ ਨੇੜੇ ਆਇਆ ਜਾਣ ਅਰਦਾਸ ਕੀਤੀ ਕਿ ਪ੍ਰਾਣ ਗੁਰੂ ਹਰਗੋਬਿੰਦ ਜੀ ਦੀ ਹਜ਼ੂਰੀ ਵਿੱਚ ਨਿਕਲਣ। ਅਗਸਤ 1630 ਨੂੰ ਆਸਾ ਦੀ ਵਾਰ ਦੇ ਕੀਰਤਨ ਸੁਣਦਿਆਂ ਹੀ ਸੰਗਤ ਵਿੱਚ ਭਾਈ ਜੀ ਨੇ ਫਰਮਾਇਆ ਅੰਤਿਮ ਸਮਾਂ ਆ ਗਿਆ ਹੈ, ਹੁਣ ਕੋਈ ਦੇਰੀ ਨਹੀਂ। ਸਵਾਸ ਨਿਕਲਣ ਤਾਂ ਗੁਰੂ ਗੁਰੂ ਕਰਨਾ, ਮੇਰੇ ਲਈ ਕੋਈ ਦੇਹਰਾ ਨਾ ਬਣਾਵਣਾ। ਚਿਖਾ ਤੋਂ ਚੁੱਕ ਕੇ ਮੇਰੀ ਰਾਖ ਬਿਆਸ ਵਿੱਚ ਰੋੜ ਦੇਣੀ। ਗੁਰੂ ਜੀ ਨੇ ਉੱਥੇ ਹੀ ਕਿਹਾ ਕਿ ਭਾਈ ਜੀ ਐਸੇ ਸਿੱਖ ਹਨ ਜੋ ਸਿੱਖੀ ਦਾ ਮਾਰਗ ਦੱਸਣ ਵਿੱਚ ਸਹਾਇਕ ਹੋਏ ਹਨ, ਉਹਨਾਂ ਦਾ ਨਾਂ ਅਟੱਲ ਹੈ। ਉੱਥੇ ਹੀ ਭਾਈ ਗੁਰਦਾਸ ਜੀ ਨੇ ਪ੍ਰਾਣ ਤਿਆਗ ਦਿੱਤੇ। ਗੁਰੂ ਹਰਗੋਬਿੰਦ ਜੀ ਭੋਗ ਦੀ ਰਸਮ ਤੱਕ ਗੋਇੰਦਵਾਲ ਹੀ ਟਿਕੇ।
ਉੱਥੇ ਹੀ ਕਿਸੇ ਦੇ ਗੁਜ਼ਰ ਜਾਣ ਉਪਰੰਤ ਵਰਤਾਵ ਬਾਰੇ ਪੁੱਛਣ ਤੇ ਕਿਹਾ, ਰੋਣਾ ਪਿੱਟਣਾ ਬਿਲਕੁਲ ਹੀ ਨਹੀਂ, ਭਾਵੀ ਵਿੱਚ ਪ੍ਰਸੰਨ ਰਹਿਣਾ। ਕੋਈ ਨਦੀ ਨਾਲਾ ਹੋਵੇ ਉਸ ਵਿੱਚ ਫੁੱਲ ਪਾ ਦੇਣੇ। ਜੇ ਨਦੀ ਨਾਲਾ ਨੇੜੇ ਨਾ ਹੋਵੇ ਤਾਂ ਸੰਸਕਾਰ ਵਾਲੀ ਥਾਂ ਹੀ ਟੋਆ ਪੁੱਟ ਕੇ ਅਸਥੀਆਂ ਉਸ ਵਿੱਚ ਦਬਾ ਦੇਣੀਆਂ। ਸਹਿਸਕ੍ਰਿਤੀ ਦੇ ਅਰਥ ਕਰਨੇ। ਇਸ ਤਰ੍ਹਾਂ ਪਰਚਾ ਬਣਿਆ ਰਹੇਗਾ। ਭਾਈ ਸਮ ਨੈ ਸਿੱਖ ਅਰ ਮਮ ਭਾਇਓ। ਕਿਤਨਾ ਆਦਰ ਭਾਈ ਗੁਰਦਾਸ ਜੀ ਨੂੰ ਗੁਰੂ ਜੀ ਦਿੰਦੇ ਸਨ। ਉਸ ਦੀ ਉਦਾਹਰਣ ਹੈ ਕਿ ਜਦ ਉਹ ਅਕਾਲ ਤਖਤ ਤੇ ਬੈਠਦੇ ਤਾਂ ਆਪਣੇ ਪਾਸ ਬਾਂਹ ਪਕੜ ਕੇ ਬਿਠਾਲਦੇ। ਬੈਠੇ ਤਖਤ ਅਕਾਲ ਭੁਜਾ ਗਹਿ ਤਾਹੇ ਕੀ, ਹੋ ਤਾਕੋ ਨਿਕਟ ਬਿਠਾਏ ਧਾਚ ਰੁਚ ਜਾਹੇ ਕੀ। ਭਾਈ ਗੁਰਦਾਸ ਜੀ ਦੀ ਅਰਥੀ ਨੂੰ ਇੱਕ ਪਾਸੇ ਮੋਢਾ ਆਪੂ ਗੁਰੂ ਹਰਗੋਬਿੰਦ ਜੀ ਨੇ ਦਿੱਤਾ, ਏਕ ਉਰਾ ਪਾਨਾ ਗੁਰ ਲਾਗੇ, ਅਤੇ ਦੂਜੇ ਪਾਸੇ ਭਾਈ ਬਿਧੀ ਚੰਦ ਜੀ ਤੇ ਭਾਈ ਜੇਠਾ ਜੀ ਨੇ ਮੋਢਾ ਦਿੱਤਾ ਸੀ। ਭਾਈ ਗੁਰਦਾਸ ਜੀ ਇੱਕ ਐਸੇ ਵਿਅਕਤੀ ਸਨ ਜਿਨ੍ਹਾਂ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਸਿੱਖੀ ਦੇ ਪ੍ਰਚਾਰ ਨੂੰ ਹੱਥ ਵਿੱਚ ਲਿਆ ਸੀ। ਆਪ ਅਕਬਰ ਦੇ ਦਰਬਾਰ ਵਿੱਚ ਸਿੱਖ ਆਸ਼ਾ ਸਮਝਾਉਂਦੇ ਰਹੇ ਸਨ ਤੇ ਦੀਨੇ ਇਲਾਹੀ ਦੇ ਐਲਾਨ ਉਪਰੰਤ ਪੰਜਾਬ ਵੱਲ ਆਏ ਸਨ। ਜਦ ਪ੍ਰਿਥੀ ਚੰਦ ਨੇ ਗੁਰੂ ਅਰਜਨ ਜੀ ਦੀ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸ ਸਮੇਂ ਆਪ ਜੀ ਹੀ ਸਨ ਜਿਨ੍ਹਾਂ ਭੁਲੇਖੇ ਕੱਢੇ ਸਨ ਤੇ ਪ੍ਰਿਥੀ ਚੰਦ ਨੂੰ ਮੀਣਾ ਤੁੱਲ ਕਿਹਾ ਸੀ। ਅਕਬਰ ਕੋਲ ਸ਼ਿਕਾਇਤ ਵੇਲੇ ਵੀ ਆਪ ਜੀ ਨੇ ਹੀ ਵਿਰੋਧੀਆਂ ਨੂੰ ਉੱਤਰ ਦੇ ਕੇ ਨਿਰ ਉੱਤਰ ਕੀਤਾ ਸੀ ਤੇ ਅਕਬਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤਾਜ਼ੀਮ ਦੇ ਲਾਇਕ ਪੁਸਤਕ ਆਖ ਕੇ ਸਤਕਾਰਿਆ ਸੀ। ਜਦ ਗੁਰੂ ਹਰਗੋਬਿੰਦ ਜੀ ਨੇ 2 ਤਲਵਾਰਾਂ ਪਹਿਨੀਆਂ ਤਾਂ ਉਸ ਸਮੇਂ ਵੀ ਆਪ ਜੀ ਨੇ ਉਕਤੀਆਂ ਨਾਲ ਸਭ ਦੀ ਤਸੱਲੀ ਕਰਵਾਈ ਸੀ। ਆਪ ਜੀ ਨੇ ਸਭ ਤੱਕ ਇਹ ਗੱਲ ਪ੍ਰਗਟਾ ਦਿੱਤੀ ਸੀ ਕਿ ਜੋਤ ਉਹਾਂ ਹੈ, ਜੁਗਤ ਵੀ ਉਹ ਹੀ ਹੈ, ਸਿਰਫ ਕਾਇਆ ਪਲਟੀ ਹੈ। ਗੁਰੂ ਕੋਈ ਸਾਂਗ ਵਰਤੇ, ਸਿੱਖ ਨੂੰ ਭਰਮਣਾ ਨਹੀਂ ਚਾਹੀਦਾ। ਗੁਰੂ ਉਹ ਹੀ ਹੈ, ਇਸ ਵਿੱਚ ਰਤਾ ਭਰ ਵੀ ਅੰਤਰ ਨਹੀਂ। ਭਾਈ ਗੁਰਦਾਸ ਨੂੰ ਇਹ ਵੀ ਮਾਣ ਪ੍ਰਾਪਤ ਹੈ ਕਿ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਤੇ ਬੰਨੀ। ਫਿਰ ਆਪ ਜੀ ਨੇ ਸਿੱਖੀ ਆਸ਼ਾ ਸਮਝਾਉਣ ਲਈ ਵਾਰਾਂ ਲਿਖੀਆਂ। ਗੁਰੂ ਅਰਜਨ ਜੀ ਨੇ ਇਸੇ ਲਈ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਚਾਬੀ ਤੇ ਸਿੱਖੀ ਆਸ਼ੇ ਅਨੁਕੂਲ ਕਿਹਾ ਸੀ। ਦੂਜਿਆਂ ਨੇ ਸ਼ਰੀਕੇ ਨਾਲ ਲਿਖੀ ਹੈ। ਇਹਨਾਂ ਸਿੱਖੀ ਆਸ਼ਾ ਸਮਝਾਉਣ ਲਈ ਭਾਈ ਗੁਰਦਾਸ ਜੀ ਦਾ ਸਥਾਨ ਸਿੱਖੀ ਇਤਿਹਾਸ ਵਿੱਚ ਨਿਵੇਕਲਾ ਤੇ ਰਾਖਵਾਂ ਹੈ। ਫਿਰ ਪ੍ਰਚਾਰ ਦੌਰਿਆਂ ਉੱਤੇ। ਗੋਇੰਦਵਾਲ ਤੋਂ ਕੁਝ ਚਿਰ ਲਈ ਫਿਰ ਅੰਮ੍ਰਿਤਸਰ ਆਏ। ਨਾਨਕ ਮਤੇ ਤੋਂ ਅਲਮਸਤ ਜੀ ਨੇ ਸਾਰੀ ਵਾਰਤਾ ਦੱਸੀ ਤੇ ਗੁਰੂ ਜੀ ਨੇ ਉਸ ਨੂੰ ਬਾਬਾ ਗੁਰਦਿੱਤਾ ਜੀ ਦਾ ਸਹਿਯੋਗੀ ਬਣਾਇਆ। ਅਲਮਸਤ ਜੀ ਨੇ ਉੱਥੋਂ ਦੀ ਰਿਆਸਤ ਦੇ ਰਾਜੇ ਵੱਲੋਂ ਸਤਿਕਾਰ ਵਜੋਂ ਕਟਾਰ ਵੀ ਪੇਸ਼ ਕੀਤੀ। ਉੱਥੋਂ ਗੁਰੂ ਜੀ ਬਟਾਲੇ ਵੱਲ ਗਏ। ਬਟਾਲੇ ਤੋਂ ਪਿੰਡ ਘੁਮਾਣ ਗਏ। ਘੁਮਾਣ ਹੀ ਸੋਭਾ ਜੀ ਤੇ ਬੰਸੀ ਜੀ ਜੋ ਬੈਰਾਗੀਆਂ ਦੇ ਚੇਲੇ ਸਨ, ਗੁਰੂ ਘਰ ਦੇ ਸੇਵਕ ਬਣੇ। ਉਹਨਾਂ ਦੇ ਸਿੱਖੀ ਧਾਰਨ ਕਰਨ ਉੱਤੇ ਦਾਤਾਪੁਰੀਆ ਮਹੰਤ ਜਲੋ ਬੈਰਾਗੀ ਬਹੁਤ ਦੁਖੀ ਹੋਇਆ। ਮਾੜੀ ਚਰਚਾ ਕੀਤੀ ਤੇ ਵਿਉਂਤ ਬਣਾ ਕੇ ਬੁਤਾਲੀਏ ਦੇ ਚੌਧਰੀ ਪੱਲੇ ਨੂੰ ਹਮਲਾ ਕਰਨ ਲਈ ਕਿਹਾ। ਪੱਲੇ ਚੌਧਰੀ ਨੇ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਜੱਲੋ ਨੇ ਸਦੀਆਂ ਵਾਲੇ ਢੰਗ ਅਪਣਾਏ ਪਰ ਸਭ ਵਿਅਰਥ। ਉਹ ਵਿਵਸ ਹੋ ਗੁਰੂ ਚਰਨਾਂ ਉੱਤੇ ਢੱਠਾ। ਬੈਰਾਗੀ ਨੂੰ ਸ਼ਰਨ ਆਇਆ ਦੇਖ ਚੌਧਰੀ ਵੀ ਸਿੱਖ ਬਣਿਆ। ਉੱਥੋਂ ਗੁਰੂ ਜੀ ਪੜਾਣੇ ਜਾ ਉਤਰੇ। ਉੱਥੇ ਪ੍ਰਸਿੱਧ ਸੰਤ ਜੱਲਣ ਜੱਟ ਮਿਲਿਆ। ਜੱਲਣ ਖੁੱਲੀਆਂ ਡੁੱਲੀਆਂ ਗੱਲਾਂ ਕਰ ਉਪਦੇਸ਼ ਦਿੰਦਾ ਸੀ। ਉਸਨੇ ਗੁਰੂ ਜੀ ਨੂੰ ਨਮਸਕਾਰ ਕੀਤਾ ਤੇ ਕਿਹਾ, ਮਹਾਰਾਜ ਆਪ ਜੀ ਦੀ ਵਿਰੋਧਤਾ ਥਾਂ ਥਾਂ ਇਸ ਲਈ ਹੁੰਦੀ ਹੈ, ਤੁਸਾਂ ਮਾਇਆ ਕੁੱਤੀ ਪਾਵੇ ਨਾਲ ਬੰਨ ਲਈ ਹੈ ਤੇ ਕੁੱਤੇ ਦੇਖ ਭੌਂਕਦੇ ਹਨ। ਇਹ ਕਰਮਚਾਰੀ ਤੇ ਸਿੱਧੀਆਂ ਵਾਲੇ ਆਪਣੀ ਰੋਟੀ ਲਈ ਤੁਹਾਡੇ ਨਾਲ ਖਹਿੰਦੇ ਹਨ, ਇਸ ਨੂੰ ਤਿਆਗ ਦਿਓ। ਗੁਰੂ ਜੀ ਨੇ ਫਰਮਾਇਆ, ਸਭ ਕੁਝ ਮਾਇਆ ਕਹਿ ਕੇ ਤਿਆਗੀ ਜਾਣ ਨਾਲ ਹੀ ਤਾਂ ਇਹਨਾਂ ਜਰਵਾਣਿਆਂ ਦੀ ਚੜ੍ਹ ਮੱਚਦੀ ਹੈ। ਸੋ ਹੁਣ ਭੌਂਕਣ ਵਾਲਿਆਂ ਤੋਂ ਨਾ ਡਰੋ, ਸਗੋਂ ਸ਼ੇਰਾਂ ਵਾਂਗ ਡਟੋ। ਗੁਰੂ ਨਾਨਕ ਜੀ ਨੇ ਬੰਦੀਆਂ ਤੋਂ ਨੱਸਣ ਲਈ ਨਹੀਂ, ਸਗੋਂ ਬੰਦੀਆਂ ਦਾ ਟਾਕਰਾ ਕਰਕੇ ਕਾਮਯਾਬ ਹੋਣ ਦਾ ਸਬਕ ਦਿੱਤਾ ਹੈ। ਗੁਰੂ ਨਾਨਕ ਨੇ ਸੰਸਾਰ ਤੋਂ ਦੌੜਨ ਦੀ ਨਹੀਂ, ਸੰਸਾਰ ਵਿੱਚ ਚੰਗੀ ਤਰ੍ਹਾਂ ਰਹਿਣ ਦੀ ਜਾਚ ਸਿਖਾਈ ਹੈ। ਸੋ ਸਿੱਧੇ ਟਕਰਾ ਜਾਣਾ ਹੀ ਧਰਮ ਹੈ। ਪੜਾਣੇ ਤੋਂ ਰਾਮ ਤੀਰਥ ਕੁਝ ਚਿਰ ਲਈ ਠਹਿਰੇ। ਉੱਥੇ ਵੀ ਬੈਰਾਗੀਆਂ ਨੇ ਸਿੱਖੀ ਧਾਰਨ ਕੀਤੀ। ਬਾਬਾ ਸ਼੍ਰੀ ਚੰਦ ਜੀ ਦੇ ਗੁਰੂ ਮਿਲਾਪ ਦੀਆਂ ਖਬਰਾਂ ਚਾਰੇ ਪਾਸੇ ਫੈਲ ਗਈਆਂ ਸਨ ਤੇ ਬੈਰਾਗੀ ਵੀ ਸਿੱਖੀ ਨਾਲ ਮੇਲ ਮਿਲਾਪ ਵਧਾਉਣ ਲੱਗ ਪਏ ਸਨ। ਸੋ ਅੱਜ ਅਸੀਂ ਇਹ ਕਿਤਾਬ ਪੰਨਾ ਨੰਬਰ 99 ਤੱਕ ਹੀ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।